ਆ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ ਇਹ ਸਤਾਵਰ ਆ ਤੇ ਸਤਾਵਰ ਦੀ ਇੱਕ ਕਹਾਵਤ ਆ ਕਿ ਇਹ ਬੁੱਢਿਆਂ ਨੂੰ ਵੀ ਜਵਾਨ ਕਰ ਦਿੰਦਾ। ਇਹ ਬੂਟੇ ਦਾ ਤੁਸੀਂ ਟੇਸਟ ਕਰਕੇ ਦੇਖੋ ਪੱਤੇ ਦਾ, ਇਹ ਕਪੂਰ ਦਾ ਬੂਟਾ ਹੈ ਤੇ ਜੇ ਸਾਡੇ ਘਰ ਕਪੂਰ ਲੱਗਾ, ਛੋਟੀ ਇਲਾਇਚੀ ਲੱਗੀ ਆ, ਬੁਖਾਰ ਦਾ ਵਾਇਰਲ ਤਾਂ ਵੈਸੇ ਹੀ ਨਹੀਂ ਆਉਣਾ ਤੇ ਦੂਜੇ ਵਾਇਰਲ ਤੋਂ ਵੀ ਬਚੇ ਰਹਿਣਾ। ਇਹਦੇ ਥੱਲੇ ਤਾਂ ਬਿਮਾਰ ਬੰਦਾ ਵੀ ਜਾ ਕੇ ਬਹਿ ਜਾਏ ਤਾਂ ਠੀਕ ਹੋਣਾ ਸ਼ੁਰੂ ਹੋ ਜਾਂਦਾ। ਔਰ ਚੰਦਨ ਜਿਹੜਾ ਹੈਗਾ 22 ਸਾਲਾਂ ਦੇ ਵਿੱਚ ਇਹ 10-12 ਲੱਖ ਰੁਪਏ ਦਾ ਬੂਟਾ ਹੋ ਜਾਂਦਾ। ਇਹ ਸਰਪਗੰਦਾ ਬੀਪੀ ਹਾਈ ਪ੍ਰੋਬਲਮ ਨੂੰ ਸੋਲਵ ਕਰਦਾ ਬਹੁਤ ਛੇਤੀ। ਔਰ ਇਹਦੀ ਵਰਤੋਂ ਜਿਹੜੀ ਆ ਇਹ ਬੜੀ ਸੋਚ ਕੇ ਸਮਝ ਦੇ ਨਾਲ ਕਰਨੀ ਚਾਹੀਦੀ ਆ। ਜਿਹਨਾਂ ਦਾ ਬਹੁਤ ਜ਼ਿਆਦਾ ਬੀਪੀ ਹਾਈ ਰਹਿੰਦਾ ਉਹ ਅੱਧਾ ਪੱਤਾ ਲੈਣਗੇ, ਅੱਧੇ ਤੋਂ ਜ਼ਿਆਦਾ ਨਹੀਂ। ਇਹ ਬੂਟਾ ਇਸ ਤਰ੍ਹਾਂ ਝਾੜੀ ਬਣਦਾ, ਇਹਦਾ ਨਾਂ ਹੈਗਾ ਵਾ ਬੰਸਾ, ਉਡੂਸਾ ਵੀ ਕਹਿੰਦੇ ਇਹਨੂੰ। ਪਾਰਕ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਤੇ ਵੀ ਇੱਕ ਬੂਟਾ ਲੱਗਾ ਹੋਵੇ ਤੇ ਸਾਰਾ ਪਿੰਡ ਇਹ ਤੋਂ ਕੰਮ ਲੈ ਸਕਦਾ। ਇਹ ਰੇਸ਼ਾ, ਬਲਗਮ, ਖਾਂਸੀ, ਫੇਫੜੇ ਛਲਿੰਗ ਹੋ ਗਏ ਆ। ਜਿਵੇਂ ਕਿ ਸੁਰਿੰਦਰ ਸਿੰਘ ਨਾਗਰਾ ਜੀ ਦੇ ਵੱਲੋਂ ਇਨਸੂਲਿਨ ਦਾ ਇੱਕ ਪੱਤਾ ਸਾਨੂੰ ਦਿੱਤਾ, ਅਸੀਂ ਖਾ ਕੇ ਟੇਸਟ ਵੀ ਕਰ ਲੈਂਦੇ ਉਹਦਾ। ਬਿਲਕੁਲ ਜਿਵੇਂ ਤੁਸੀਂ ਦੱਸ ਰਹੇ ਸੀਗੇ, ਥੋੜਾ ਖਟਾਸ ਹੈ, ਥੋੜੀ ਮਿਠਾਸ ਹੈ ਇਸ ਪੱਤੇ ਦੇ ਵਿੱਚ। ਇਹੀ ਕੰਮ ਕਰਦੀ ਹੈ ਫਿਰ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ? ਹਾਂਜੀ, ਬਿਲਕੁਲ ਇਹੀ ਕਰਦੀ ਆ। ਇਹਦੇ ਪੱਤੇ ਹੀ ਵਰਤੇ ਜਾਂਦੇ ਔਰ ਹਰੇ ਪੱਤੇ ਵਰਤੇ ਜਾਂਦੇ। ਇਹਦਾ ਸੁਕਾ ਕੇ ਪਾਊਡਰ ਨਹੀਂ ਬਣਦਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਕੁਦਰਤ ਦੇ ਵਿੱਚ ਤੁਹਾਡੀ ਹਰ ਬਿਮਾਰੀ ਦਾ ਇਲਾਜ ਹੈ। ਇਹ ਗੱਲ ਸ਼ਾਇਦ ਸੁਣ ਕੇ ਤੁਹਾਨੂੰ ਮੇਰੀ ਗੱਲ 'ਤੇ ਯਕੀਨ ਵੀ ਨਾ ਆ ਰਿਹਾ ਹੋਵੇ, ਪਰ ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜੋ ਇਸ ਗੱਲ ਦਾ ਦਾਅਵਾ ਕਰਦੇ ਨੇ ਵੀ ਕੁਦਰਤ ਜੜੀਆਂ ਬੂਟੀਆਂ ਦੇ ਨਾਲ ਤੁਹਾਡੀ ਹਰ ਬਿਮਾਰੀ ਦਾ ਨਾਸ਼ ਹੋ ਸਕਦਾ ਹੈ, ਤੁਸੀਂ ਤੰਦਰੁਸਤ ਰਹਿ ਸਕਦੇ ਹੋ। ਅੱਜ ਜਿਸ ਇੱਕ ਪੌਦਿਆਂ ਦੇ ਬਾਗ ਦੇ ਵਿੱਚ ਮੈਂ ਖੜਾ ਹਾਂ, ਉਹਦੇ ਵਿੱਚ ਸ਼ੂਗਰ ਤੋਂ ਲੈ ਕੇ ਤੁਹਾਡੇ ਜੋੜਾਂ ਦਾ ਦਰਦ, ਤੁਹਾਡੇ ਦਿਮਾਗ ਦੀ ਯਾਦਾਸ਼ਤ ਨੂੰ ਵਧਾਉਣ ਦੀ ਤਾਕਤ ਜਾਂ ਕਿਸੇ ਵੀ ਪ੍ਰਕਾਰ ਦਾ ਤੁਹਾਡੇ ਸਰੀਰਕ ਰੋਗ ਨੂੰ ਦੂਰ ਕਰਨ ਦੇ ਲਈ ਇੱਥੇ ਪੌਦੇ ਲਗਾਏ ਗਏ ਨੇ। ਇਹਨਾਂ ਪੌਦਿਆਂ ਨੂੰ ਲਗਾਉਣ ਵਾਲੇ 62 ਸਾਲਾ ਬਜ਼ੁਰਗ ਸੁਰਿੰਦਰ ਸਿੰਘ ਨਾਗਰਾ ਜੀ ਸਾਡੇ ਨਾਲ ਮੌਜੂਦ ਨੇ। ਦਾਅਵਾ ਹੈ ਕਿ ਇੱਥੇ ਇੱਦਾਂ ਦੇ ਪੌਦੇ ਵੀ ਨੇ ਜੋ ਤੁਹਾਡੀ ਸ਼ੂਗਰ ਦੀ ਬਿਮਾਰੀ ਨੂੰ ਨਾ ਸਿਰਫ ਦੂਰ ਕਰਨਗੇ ਬਲਕਿ ਉਸ ਨੂੰ ਜੜੋਂ ਖਤਮ ਕਰ ਦੇਣਗੇ। ਇਸ ਤੋਂ ਇਲਾਵਾ ਜੇ ਕਿਸੇ ਨੂੰ ਜੋੜਾਂ ਦਾ ਦਰਦ ਹੈ, ਸਿਰ ਦਰਦ ਹੈ, ਵੱਡੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਜੜੀਆਂ ਬੂਟੀਆਂ ਦੇ ਨਾਲ ਸੁਰਿੰਦਰ ਸਿੰਘ ਨਾਗਰਾ ਜੀ ਕਰਦੇ ਨੇ। ਨਾਗਰ ਸਾਹਿਬ, ਪਹਿਲਾਂ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਦੇ ਉੱਤੇ। ਹਾਂਜੀ, ਆਪ ਜੀ ਦਾ ਵੀ, ਹਮਦਰਦ ਟੀਵੀ ਦਾ ਵੀ ਕੋਟ-ਕੋਟ ਧੰਨਵਾਦ ਅਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਾਗਰ ਸਾਹਿਬ, ਪਹਿਲਾ ਸਵਾਲ ਮੇਰਾ ਇਹੀ ਹੈ, ਨਰਸਰੀਆਂ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਚੱਪੇ ਦੇ ਉੱਤੇ ਨਰਸਰੀਆਂ ਬਣ ਗਈਆਂ ਨੇ। ਤੁਹਾਡੀ ਨਰਸਰੀ ਦੇ ਵਿੱਚ ਔਰ ਜਿਹੜੀਆਂ ਆਮ ਅਸੀਂ ਨਰਸਰੀਆਂ ਦੇਖਦੇ ਹਾਂ, ਫਰਕ ਕੀ ਹੈ ਦੋਵਾਂ ਦੇ ਵਿੱਚ? ਦੇਖੋ, ਮੈਂ ਤਾਂ ਦੂਸਰਿਆਂ ਨੂੰ ਵੀ ਆਪਣੇ ਤੋਂ ਉੱਪਰ ਹੀ ਗਿਣਦਾ ਸਾਰਿਆਂ ਨੂੰ, ਕਿਉਂਕਿ ਉਹਨਾਂ ਦੇ ਵੀ ਫਲਾਂ ਦੇ ਹੋਰ ਜਿੰਨੇ ਵੀ ਹੈਗੇ ਆ ਸਜਾਵਟੀ ਬੂਟਿਆਂ ਦੇ ਬਹੁਤ ਤਰ੍ਹਾਂ ਦੇ ਬੂਟੇ ਹੈਗੇ ਆ। ਲੇਕਿਨ ਮੇਰਾ ਇੱਕ ਮਿਸ਼ਨ ਅਲੱਗ ਹੈਗਾ ਕਿ ਮੇਰੀ ਸੋਚ ਇਹ ਆ ਕਿ ਜਿੱਥੇ ਅਸੀਂ ਘਰਾਂ ਦੇ ਵਿੱਚ ਗ੍ਰੀਨ ਵਾਤਾਵਰਨ ਲੈਣ ਲਈ ਹੋਰ ਬੂਟੇ ਸਾਰੇ ਲਾਉਂਦੇ ਆ, ਉਹਨਾਂ ਦੇ ਵਿੱਚ ਮੈਡੀਕੇਟਿਡ ਪਲਾਂਟ ਲੱਗੇ ਹੋਣ, ਜੜੀਆਂ ਬੂਟੀਆਂ ਵਾਲੇ ਪਲਾਂਟ ਲੱਗੇ ਹੋਣ, ਜਿਹੜੇ ਅਸੀਂ ਵਧੀਆ ਸੌਖੇ ਤਰੀਕੇ ਨਾਲ ਗਮਲਿਆਂ 'ਚ ਵੀ ਲਾ ਸਕਦੇ ਹਾਂ, ਜ਼ਮੀਨ 'ਚ ਵੀ ਲਾ ਸਕਦੇ ਹਾਂ ਅਤੇ ਉਹਦੇ ਨਾਲ ਅਸੀਂ ਤੰਦਰੁਸਤੀ ਵੀ ਲੈ ਸਕਦੇ ਹਾਂ। ਸਭ ਤੋਂ ਵੱਡੀ ਨਿਆਮਤ ਜਿਹੜੀ ਹੈਗੀ ਆ ਉਹ ਤੰਦਰੁਸਤੀ ਹੈ, ਅਤੇ ਜੇ ਅਸੀਂ ਤੰਦਰੁਸਤ ਹੋਵਾਂਗੇ ਤਾਂ ਕੋਈ ਵੀ ਕੰਮ ਕਰਾਂਗੇ। ਅਤੇ ਇਸ ਕਰਕੇ ਇਹ ਸੋਚ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਕਿ ਸਾਰੀ ਕਲੈਕਸ਼ਨ ਸ਼ੁਰੂ ਕੀਤੀ ਕਿ ਇੱਕ ਇੱਦਾਂ ਦਾ ਪਲੇਟਫਾਰਮ ਬਣਾਇਆ ਜਾਵੇ ਕਿ ਜਿੱਥੋਂ ਹਰ ਕਿਸੇ ਨੂੰ ਹਰ ਤਰ੍ਹਾਂ ਦੇ ਪੌਦੇ ਜਿਹੜੇ ਆ ਜੜੀਆਂ ਬੂਟੀਆਂ ਵਾਲੇ ਉਹ ਅਸੀਂ ਦੇ ਸਕੀਏ। ਅਤੇ ਨਾਗਰਾ ਸਾਹਿਬ, ਕਿੰਨੇ ਕੁ ਪ੍ਰਕਾਰ ਦੇ ਬੂਟੇ ਤੁਸੀਂ ਇਸ ਨਰਸਰੀ ਦੇ ਵਿੱਚ ਲਗਾਏ ਹੋਣਗੇ ਜਿਹੜੇ ਜੜੀਆਂ ਬੂਟੀਆਂ ਦਾ ਕੰਮ ਕਰਦੇ ਨੇ? ਸਾਰੇ ਉਹੀ ਨੇ ਜਾਂ ਕੋਈ ਫਲਦਾਰ ਜਾਂ ਫੁੱਲਾਂ ਵਾਲੇ ਬੂਟੇ ਵੀ ਹੈਗੇ ਨੇ, ਜਾਂ ਕਿੰਨੇ ਕੁ ਕਿਸਮਾਂ, ਕਿੰਨੀਆਂ ਕੁ ਬਿਮਾਰੀਆਂ ਦਾ ਇਲਾਜ ਇਹਨਾਂ ਬੂਟਿਆਂ ਦੇ ਨਾਲ ਕਰਦੇ ਹੋ? ਸਾਡੇ ਕੋਲ 30-35 ਕਿਸਮ ਦੇ ਬੂਟੇ ਹੁੰਦੇ ਆ। ਇਹਨਾਂ 'ਚ ਕਈ ਵਾਰੀ ਵੈਰਾਈਟੀਆਂ ਕੁਛ ਵੱਧ ਜਾਂਦੀਆਂ, ਕੁਛ ਘੱਟ ਜਾਂਦੀਆਂ ਮੌਸਮ ਦੇ ਹਿਸਾਬ ਦੇ ਨਾਲ। ਜਿਵੇਂ ਮੈਂ ਇਹੀ ਜਾਣਨਾ ਚਾਹੂੰਗਾ ਵੀ ਬੂਟਿਆਂ ਦੀ ਉਹ ਜਾਣਕਾਰੀ ਵੀ ਦਿਓ ਦਰਸ਼ਕਾਂ ਨੂੰ, ਕਿਵੇਂ ਉਹ ਬੂਟਾ ਤਿਆਰ ਕਰਦੇ ਹੋ, ਕਿਹੜਾ ਬੂਟਾ ਕਿਸ ਬਿਮਾਰੀ ਦੇ ਲਈ ਜਿਵੇਂ ਕੰਮ ਆਉਂਦਾ ਹੈ, ਉਹਦੇ ਨਾਲ ਉਹ ਬਿਮਾਰੀ ਜੜ੍ਹ ਤੋਂ ਖਤਮ ਹੋ ਜਾਂਦੀ ਹੈ?
ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ, ਇਹ ਬੂਟੇ ਜਿਹੜੇ ਹੈਗੇ ਆ ਇਨਸੂਲਿਨ ਦੇ ਆ। ਇਨਸੂਲਿਨ ਇਹਦਾ ਇੰਡੀਆ 'ਚ ਨਾਂ ਤਾਂ ਰੱਖਿਆ ਗਿਆ ਕਿ ਇਹ ਇਨਸੂਲਿਨ ਬਣਨ 'ਚ ਮਦਦ ਕਰਦੀ ਆ। ਔਰ ਵੈਸੇ ਇਹ ਬ੍ਰਾਜ਼ੀਲ ਦਾ ਬੂਟਾ ਹੈਗਾ ਤੇ ਇਹਦੇ ਪੱਤੇ ਜਿਹੜੇ ਆ ਬਹੁਤ ਟੇਸਟੀ ਹੁੰਦੇ ਆ, ਖੱਟ ਮਿੱਠੇ ਹੁੰਦੇ ਆ ਔਰ ਇਹਦੀ ਸਿੰਗਲ ਟਾਹਣੀ ਹੁੰਦੀ ਆ। ਇਹਦੇ ਪੱਤੇ ਕੌੜੇ ਨਹੀਂ ਹੁੰਦੇ। ਕੁਝ ਸੱਜਣ ਕੌੜੇ ਪੱਤਿਆਂ ਨੂੰ ਇਨਸੂਲਿਨ ਕਹੀ ਜਾਂਦੇ ਆ, ਉਹ ਇਨਸੂਲਿਨ ਨਹੀਂ ਹੈ। ਅੱਜ ਜਿੱਦਾਂ ਤੁਸੀਂ ਆ ਦੇਖ ਰਹੇ ਹੋ, ਇਹ ਥੱਲਿਓਂ ਨਾਲ ਹੋਰ ਬੂਟੇ ਫੁੱਟਦੇ ਆ, ਇੱਕ ਬੂਟੇ ਤੋਂ ਹੀ ਗਾਂ ਨਾਲ ਹੋਰ ਫੁੱਟਦੇ ਰਹਿੰਦੇ ਆ ਤੇ ਇਸ ਦੇ ਉੱਪਰ ਬਹੁਤ ਸਾਰਾ ਸੋਹਣਾ ਸੁੰਦਰ ਫੁੱਲ ਆਉਂਦਾ ਕਿ ਗੁਲਾਬੀ, ਪੀਲਾ ਤੇ ਲਾਲ ਰੰਗ ਦਾ। ਇਹ ਇਨਸੂਲਿਨ ਦਾ ਬੂਟਾ। ਇਹਦੇ ਪੱਤੇ ਖਾਣ ਦੇ ਨਾਲ ਹੀ ਸਾਡੇ ਅੰਦਰ ਇਨਸੂਲਿਨ ਬਣਨੀ ਸ਼ੁਰੂ ਹੋ ਜਾਂਦੀ ਤੇ ਸ਼ੂਗਰ ਕੰਟਰੋਲ ਹੋ ਜਾਂਦੀ। ਬੇਸ਼ੱਕ ਕੋਈ ਇਨਸੂਲਿਨ ਦੇ ਇੰਜੈਕਸ਼ਨ ਲਾਉਂਦਾ ਹੋਵੇ ਉਹ ਵੀ ਛੁੱਟ ਜਾਂਦਾ। ਕਿਸੇ ਵੀ ਪੇਸ਼ੈਂਟ ਨੂੰ ਜਿੰਨਾ ਮਰਜ਼ੀ ਬਿਮਾਰੀ ਪੁਰਾਣੀ ਹੋਵੇ ਉਹਦੀ ਸ਼ੂਗਰ ਦੀ, ਇਹ ਪੱਤੇ, ਇਹਦੀ ਰੂਟੀਨ ਫਿਰ ਕਿਵੇਂ, ਡਾਈਟ ਲੈਣੀ ਕਿਵੇਂ ਹੈ, ਇਹ ਡੋਜ਼ ਕਿਵੇਂ ਇਸ ਪੱਤੇ ਦੀ, ਇਹਨੂੰ ਸੁਕਾ ਕੇ ਖਾਣੀ ਹੈ ਜਾਂ ਇਹਦੇ ਫੁੱਲ ਖਾਣੇ ਨੇ, ਕਿਵੇਂ ਇਹਨੂੰ ਵਰਤੋਂ 'ਚ ਕਿਵੇਂ ਲਿਆਉਂਦੇ ਨੇ? ਨਹੀਂ, ਇਹਦੇ ਸਿਰਫ ਪੱਤੇ ਹੀ ਖਾਧੇ ਜਾਂਦੇ ਆ। ਦੂਸਰੀ ਚੀਜ਼ ਇਹ ਹੈਗੀ ਆ ਕਿ ਸਵਾਸ ਕਿਸੇ ਦੇ ਨਹੀਂ ਵਧਾਏ ਘਟਾਏ ਜਾ ਸਕਦੇ, ਉਹ ਕੋਈ ਵੀ ਜ਼ਿੰਮੇਵਾਰੀ ਨਹੀਂ ਲੈ ਸਕਦਾ। ਲੇਕਿਨ ਇੰਨੀ ਸ਼ਰਤ ਜ਼ਰੂਰ ਆ ਕਿ ਜਿੰਨੇ ਸਵਾਸ ਲੈਣੇ ਆ ਉਹ ਆਪਾਂ ਤੰਦਰੁਸਤੀ ਨਾਲ ਲੈ ਸਕਦੇ ਆ। ਇਹ ਜੜੀਆਂ ਬੂਟੀਆਂ ਦਾ ਜਿਹੜਾ ਹੈਗਾ ਆ ਮਤਲਬ ਹੈਗਾ। ਇਸ ਤੋਂ ਇਲਾਵਾ ਮੈਂ ਇਨਸੂਲਿਨ ਦੀ ਗੱਲ ਕਰਾਂ ਤਾਂ ਟੇਸਟ ਵੀ ਆਪਾਂ ਚੈੱਕ ਕਰਨਾ ਚਾਹਾਂਗੇ ਔਰ ਮੈਂ ਚਾਹੂੰਗਾ ਵੀ ਉਹ ਦਰਸ਼ਕਾਂ ਨੂੰ ਵੀ ਇੱਕ ਵਾਰ ਦੱਸੀਏ ਵੀ ਇਹ ਪੱਤੇ ਨੂੰ ਖਾਣ ਦੇ ਵਿੱਚ, ਜਿਵੇਂ ਕਿ ਸੁਰਿੰਦਰ ਸਿੰਘ ਨਾਗਰਾ ਜੀ ਦੇ ਵੱਲੋਂ ਇਨਸੂਲਿਨ ਦਾ ਇੱਕ ਪੱਤਾ ਸਾਨੂੰ ਦਿੱਤਾ, ਅਸੀਂ ਖਾ ਕੇ ਟੇਸਟ ਵੀ ਕਰ ਲੈਂਦੇ ਉਹਦਾ। ਬਿਲਕੁਲ ਜਿਵੇਂ ਤੁਸੀਂ ਦੱਸ ਰਹੇ ਸੀਗੇ, ਥੋੜਾ ਖਟਾਸ ਹੈ, ਥੋੜੀ ਮਿਠਾਸ ਹੈ ਇਸ ਪੱਤੇ ਦੇ ਵਿੱਚ, ਇਹੀ ਕੰਮ ਕਰਦੀ ਹੈ ਫਿਰ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ? ਹਾਂਜੀ, ਬਿਲਕੁਲ ਇਹੀ ਕਰਦੀ ਆ। ਇਹਦੇ ਪੱਤੇ ਹੀ ਵਰਤੇ ਜਾਂਦੇ ਔਰ ਹਰੇ ਪੱਤੇ ਵਰਤੇ ਜਾਂਦੇ। ਇਹਦਾ ਸੁਕਾ ਕੇ ਪਾਊਡਰ ਨਹੀਂ ਬਣਦਾ ਕਿਉਂਕਿ ਇਹ ਪੱਤੇ ਇੰਨੇ ਕਮਜ਼ੋਰ ਹੋ ਜਾਂਦੇ ਆ ਕਿ ਇਹਦੀ ਕਲੋਰੋਫਿਲ ਜਦੋਂ ਵਿੱਚ ਉੱਡ ਗਈ ਇਹਦਾ ਕੰਮ ਖਤਮ ਹੋ ਜਾਂਦਾ। ਔਰ ਇਹਦੀ ਡੋਜ਼ ਜਿਹੜੀ ਆ ਉਹ 200 ਤੱਕ ਜਿਹੜੀ ਹੈਗੀ ਆ ਉਹ ਅਸੀਂ 1-2 ਪੱਤੇ ਲੈ ਸਕਦੇ ਆ। ਨਾਰਮਲ ਬੰਦਾ 1 ਪੱਤਾ ਲੈ ਸਕਦਾ ਰੋਜ਼, ਤਾਂ ਕਿ ਪ੍ਰੋਬਲਮ ਆਵੇ ਹੀ ਨਾ। ਤੇ ਜੇ 200 ਤੱਕ ਆ ਤੇ 200-300 ਆ, 300-400 ਆ, 400-500 ਆ, 5 ਡੇਲੀ ਪੱਤੇ ਲੈਣੇ ਆ। ਚਾਹੇ ਉਹਨਾਂ ਨੂੰ ਇਕੱਠੇ ਖਾ ਲਓ, ਚਾਹੇ ਥੋੜੇ ਥੋੜੇ ਕਰਕੇ ਖਾ ਲਓ। ਇਹ ਫੂਡ ਪ੍ਰੋਡਕਟ ਆ, ਇਹਦਾ ਕੋਈ ਵੀ ਨੁਕਸਾਨ ਨਹੀਂ ਹੈ। ਡਾਕਟਰ ਸਾਹਿਬ, ਇਸ ਤੋਂ ਇਲਾਵਾ ਮੈਂ ਜਾਣਨਾ ਚਾਹੂੰਗਾ ਹੋਰ ਕਿਹੜੇ ਬੂਟੇ ਨੇ ਔਰ ਕਿਸ ਬਿਮਾਰੀ ਦੇ ਲਈ ਜਾਂ ਕਿਸ ਕੰਮ ਆਉਂਦੇ ਨੇ? ਜਿਵੇਂ ਜਿਸ ਪ੍ਰਕਾਰ ਨਾਲ ਆਪਾਂ ਦੇਖ ਵੀ ਰਹੇ ਹਾਂ ਵੀ ਇੱਥੇ ਬਹੁਤ ਸਾਰੇ ਬੂਟੇ ਤੁਸੀਂ ਲਗਾਏ ਹੋਏ ਨੇ, ਇਹ ਕਿਹੜਾ ਬੂਟਾ ਹੈ ਔਰ ਇਹਦਾ ਕੰਮ ਕੀ ਹੈ? ਹੁਣ ਤੁਸੀਂ ਆਹ ਜਿਹੜਾ ਬੂਟਾ ਦੇਖ ਰਹੇ ਹੋ, ਇਹ ਬੂਟਾ ਇਸ ਤਰ੍ਹਾਂ ਝਾੜੀ ਬਣਦਾ। ਇਹਦਾ ਨਾਂ ਹੈਗਾ ਵਾ ਬੰਸਾ, ਉਡੂਸਾ ਵੀ ਕਹਿੰਦੇ ਇਹਨੂੰ। ਇਹ ਬਹੁਤ ਕਾਰਗਰ ਬੂਟਾ ਹੈਗਾ। ਇਹ ਆਪਣੇ ਬਲਾਕ ਦੇ ਵਿੱਚ ਜਿੱਥੇ ਕਿ ਆਪਾਂ ਰਹਿੰਦੇ ਆ ਉਹਦੇ ਲਾਗੇ ਪਾਰਕ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਤੇ ਵੀ ਇੱਕ ਬੂਟਾ ਲੱਗਾ ਹੋਵੇ ਤੇ ਸਾਰਾ ਪਿੰਡ ਇਹ ਤੋਂ ਕੰਮ ਲੈ ਸਕਦਾ। ਇਹ ਰੇਸ਼ਾ, ਬਲਗਮ, ਖਾਂਸੀ, ਫੇਫੜੇ ਛਲਿੰਗ ਹੋ ਗਏ ਆ, ਉਹਨਾਂ ਸਾਰਿਆਂ ਨੂੰ 2.5 ਘੰਟੇ ਬਾਅਦ ਰਿਜ਼ਲਟ ਦੇਣੇ ਸ਼ੁਰੂ ਕਰ ਦਿੰਦਾ ਔਰ ਥੋੜੇ ਦਿਨਾਂ ਦੇ ਵਿੱਚ ਹੀ ਇਹ ਉਹਨੂੰ ਬਿਲਕੁਲ ਠੀਕ ਕਰ ਦਿੰਦਾ। ਵਰਤੋਂ 'ਚ ਕਿਵੇਂ ਲਿਆਉਂਦੇ ਆਪਾਂ, ਕਿਵੇਂ ਵਰਤੋਂ ਕਰਦੇ ਹਾਂ? ਇਹਦਾ ਵਰਤੋਂ ਦਾ ਤਰੀਕਾ ਹੈਗਾ ਕਿ ਇਹਦਾ ਇੱਕ ਪੱਤਾ ਜਿਹੜਾ ਆ ਉਹ ਤੋੜ ਕੇ ਇਹਨੂੰ 1 ਕੱਪ ਪਾਣੀ 'ਚ ਪਾ ਕੇ ਆਪਾਂ ਥੋੜਾ ਜਿਹਾ ਵਾਲਾਂਗੇ। ਜਦੋਂ ਇਹਦਾ ਰੰਗ ਛੱਡ ਦੇਵੇ, 2 ਦਾਣੇ ਖੰਡ ਦੇ ਜਾਂ ਮਿਸ਼ਰੀ ਦੇ ਪਾ ਕੇ ਤੇ ਆਪਾਂ ਇਹਦਾ ਸੇਵਨ ਕਰ ਸਕਦੇ ਹਾਂ। ਤੇ ਇਹ ਸਾਡੇ ਵਾਸਤੇ ਜਿਵੇਂ ਰੇਸ਼ਾ, ਨਜ਼ਲਾ ਜਿਹਨੂੰ ਆਪਾਂ ਕਹਿ ਲੈਂਦੇ ਆ, ਉਹ ਸਾਰੀਆਂ ਬਿਮਾਰੀਆਂ ਦੇ ਨਾਲ ਠੀਕ ਹੋ ਜਾਂਦੀਆਂ? ਹਾਂਜੀ, ਇਹਦੇ ਨਾਲ ਜਿੰਨੀਆਂ ਬਲਗਮ ਦੀਆਂ ਬਿਮਾਰੀਆਂ ਹੈਗੀਆਂ ਉਹ ਸਾਰੀਆਂ ਠੀਕ ਹੋ ਜਾਂਦੀਆਂ। ਹੁਣ ਇਹ ਕਿਹੜਾ ਬੂਟਾ ਹੈਗਾ ਔਰ ਇਹਦਾ ਕੀ? ਜਿਹੜਾ ਬੂਟਾ ਦਿਖ ਰਹੇ ਹੋ, ਇਹ ਬੂਟੇ ਦਾ ਨਾਂ ਹੈਗਾ ਆ ਸਰਪਗੰਧਾ। ਇਹ ਸਰਪਗੰਧਾ ਬੀਪੀ ਹਾਈ ਪ੍ਰੋਬਲਮ ਨੂੰ ਸੋਲਵ ਕਰਦਾ ਬਹੁਤ ਛੇਤੀ ਔਰ ਇਹਦੀ ਵਰਤੋਂ ਜਿਹੜੀ ਆ ਇਹ ਬੜੀ ਸੋਚ ਕੇ ਸਮਝ ਦੇ ਨਾਲ ਕਰਨੀ ਚਾਹੀਦੀ ਆ। ਜਿਹਦਾ ਦਾ ਬਹੁਤ ਜ਼ਿਆਦਾ ਬੀਪੀ ਹਾਈ ਰਹਿੰਦਾ ਉਹ ਅੱਧਾ ਪੱਤਾ ਲੈਣਗੇ, ਅੱਧੇ ਤੋਂ ਜ਼ਿਆਦਾ ਨਹੀਂ। ਔਰ ਇਹ 20 ਦਿਨ ਤੱਕ ਲੈਣਾ ਹੁੰਦਾ। ਇਹ ਡਿਪਰੈਸ਼ਨ ਦਾ, ਬੀਪੀ ਦਾ, ਸਭ ਕਾਸੇ ਦਾ ਜਿਹੜਾ ਇਹਨਾਂ ਤੋਂ ਇਹ ਕੰਟਰੋਲ ਕਰਦਾ ਔਰ ਇਹਦੀ ਖੇਤੀ ਵੀ ਕੀਤੀ ਜਾ ਸਕਦੀ ਆ। ਸਾਡੀ ਕੋਸ਼ਿਸ਼ ਆ ਕਿ ਕਿਸਾਨ ਭਰਾਵਾਂ ਨੂੰ ਝੋਨੇ ਕਣਕ ਦੇ ਚੱਕਰ 'ਚੋਂ ਕੱਢ ਕੇ ਇੱਧਰ ਜੜੀਆਂ ਬੂਟੀਆਂ ਵਾਲੇ ਪਾਸੇ ਜਿਹੜਾ ਵਾ ਖੇਤੀ ਵਾਲੇ ਪਾਸੇ ਲਿਆਂਦਾ ਜਾਵੇ। ਤੇ ਗੌਰਮੈਂਟ, ਸੈਂਟਰ ਗੌਰਮੈਂਟ ਵੀ ਇਹ ਉਪਰਾਲਾ ਕਰ ਰਹੀ ਆ। ਹਿਮਾਚਲ ਗੌਰਮੈਂਟ, ਦੂਜੀਆਂ ਸਟੇਟਾਂ ਵਾਲੇ ਕਾਫੀ ਜ਼ਿਮੀਂਦਾਰਾਂ ਨੂੰ ਬੁਝਾ ਰਹੇ ਆ ਔਰ ਅਸੀਂ ਵੀ ਇਹਨਾਂ ਦੇ ਟਰਾਇਲ ਕਰ ਰਹੇ ਆ
ਔਰ ਇੱਕ ਤੁਹਾਨੂੰ ਜਿਵੇਂ ਇੱਕ ਪਾਸੇ ਕਿਸਾਨੀ ਲਗਾਤਾਰ ਕਿਸਾਨ ਖੁਦਕੁਸ਼ੀਆਂ ਵੀ ਕਰ ਰਹੇ ਨੇ, ਸਰਕਾਰਾਂ ਤੋਂ ਹਾੜੇ ਕੱਢਦੇ ਆ ਕਿਸਾਨ, ਹਨਾ, ਬਹੁਤ ਸਾਰੀਆਂ ਦਿੱਕਤਾਂ ਕਿਸਾਨਾਂ ਨੂੰ ਆ ਰਹੀਆਂ ਨੇ, ਪਰ ਜਿਸ ਪ੍ਰਕਾਰ ਤੁਸੀਂ ਕਿਸਾਨੀ ਦਾ ਰੂਪ ਬਦਲਿਆ ਹੈ ਔਰ ਰੂਪ ਬਦਲਣ ਦੇ ਨਾਲ ਨਾਲ ਤੁਹਾਨੂੰ ਮੁਨਾਫਾ ਵੀ ਚੰਗਾ ਹੋ ਰਿਹਾ ਔਰ ਬਿਮਾਰੀਆਂ ਦਾ ਇਲਾਜ ਵੀ ਤੁਸੀਂ ਇਹਨਾਂ ਜੜੀਆਂ ਬੂਟੀਆਂ ਦੇ ਨਾਲ ਕਰ ਰਹੇ ਹੋ, ਲੱਗਦਾ ਵੀ ਕਿਸਾਨਾਂ ਨੂੰ ਵੀ ਇਹ ਆਪਣੀ ਸੋਚ ਨੂੰ ਥੋੜਾ ਜਿਹਾ ਬਦਲ ਕੇ ਇਹ ਪਹਿਲ ਕਦਮੀ ਕਰਨੀ ਚਾਹੀਦੀ ਹੈ? ਹਾਂਜੀ, ਅਸੀਂ ਤਾਂ ਬੇਨਤੀ ਇਹੀ ਕਰਦੇ ਹਾਂ ਕਿ ਹੋਰ ਕਿਸਾਨ ਭਰਾਵਾਂ ਦਾ ਵੀ ਜਿਹੜਾ ਆ ਇਧਰਲੇ ਪਾਸੇ ਵਿਸ਼ਵਾਸ ਬਣੇ ਤੇ ਉਹ ਜੜੀਆਂ ਬੂਟੀਆਂ ਵੀ ਜਿਹੜੀਆਂ ਚਾਹੁਣ। ਲੇਕਿਨ ਸਭ ਤੋਂ ਵੱਡੀ ਮਾਰ ਇੱਕ ਆ ਸਾਡੇ ਵਿੱਚ, ਸਾਡੇ ਅੰਦਰ ਜਿਹੜਾ ਸਰਦਾਰੀ ਦਾ ਹਊਆ ਵੜ ਗਿਆ ਆ। ਸਾਨੂੰ ਪਤਾ ਕਿ ਅਸੀਂ ਸਾਈਕਲ ਲੈਣ ਲਈ ਬਜ਼ੁਰਗਾਂ ਦੇ ਕਿੰਨੇ ਤਰਲੇ ਮਾਰ ਮਾਰ ਕੇ ਸਾਈਕਲ ਲੈਂਦੇ ਸੀ ਤੇ ਚਲਾਉਣ ਦਾ ਵੀ ਮਜ਼ਾ ਹੋਰ ਸੀ। ਹੁਣ ਅਸੀਂ ਟਰੈਕਟਰ ਨਵਾਂ ਲੈਨੇ ਆ ਤੇ ਚਾਹੇ ਪ੍ਰਵਾਸੀ ਭਈਏ ਨੂੰ ਚਲਾਉਣਾ ਆਉਂਦਾ ਚਾਹੇ ਨਹੀਂ ਚਲਾਉਣਾ ਆਉਂਦਾ ਤੇ ਅਸੀਂ ਉਹਨੂੰ ਉੱਪਰ ਬਿਠਾਲ ਦਿੰਨੇ ਆ। ਇੱਕ ਚੀਜ਼ ਨੋਟ ਕਰ ਲਓ ਕਿ ਤੁਸੀਂ ਜਿੰਨਾ ਚਿਕਰ ਆਪਣੀ ਗੱਡੀ ਦੀ ਗੱਦੀ, ਚਾਹੇ ਟਰੈਕਟਰ ਆ ਚਾਹੇ ਤੁਹਾਡੀ ਕੋਈ ਹੋਰ ਆ, ਤੇ ਦੁਕਾਨਦਾਰ ਆਪਣੀ ਕੁਰਸੀ ਇਹ ਕਿਸੇ ਨੂੰ ਨਹੀਂ ਦਿੰਦਾ, ਉਹਨਾਂ ਚਿਕਰ ਉਹ ਕਾਮਯਾਬ ਆ। ਹੁਣ ਇਹ ਜਿਹੜਾ ਬੂਟਾ ਲੱਗੀ ਬੇਲ ਹੈ, ਬੇਲਨੁਮਾ, ਇਹਦਾ ਕੀ ਕੰਮ ਹੈ ਔਰ ਇਹ ਤੋਂ ਕੀ ਫਾਇਦਾ ਇਨਸਾਨ ਨੂੰ? ਆ ਜਿਹੜੀ ਤੁਸੀਂ ਬੇਲ ਦੇਖ ਰਹੇ ਹੋ ਇਹ ਮਗਦੀ ਆ, ਇਹ ਆਪਾਂ ਘਰ ਆਪਣੇ ਲਾ ਸਕਦੇ ਆ। ਇਦਾਂ ਇਹਦੇ ਉੱਤੇ ਤੁਸੀਂ ਚਿੱਟੇ ਚਿੱਟੇ ਫੁੱਲ ਆਏ ਦੇਖੇ, ਮਗ ਬਣਦੀ ਪਈ ਆ। ਇਹ ਚਾਹ ਦੇ ਵਿੱਚ ਪਾ ਕੇ ਆਪਾਂ ਦੁੱਧ 'ਚ ਪਾ ਕੇ ਲੈ ਸਕਦੇ ਆ। ਇਹ ਸਾਡੀ ਰੇਸ਼ਾ ਬਲਗਮ ਨੂੰ ਖਤਮ ਕਰਦੀ ਆ, ਮਸਾਲਿਆਂ 'ਚ ਪੈਂਦੀ ਆ, ਤੇ ਘਰ ਜੇ ਸਾਡੇ ਹੈਗਾ ਵਾ ਤੇ ਪ੍ਰਿਓਰਟੀ ਹੈਗੀ ਆ, ਸਾਰਾ ਕੁਝ ਹੈਗਾ। ਆ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ ਇਹ ਸਤਾਵਰ ਆ, ਤੇ ਸਤਾਵਰ ਦੀ ਇੱਕ ਕਹਾਵਤ ਆ ਕਿ ਇਹ ਬੁੱਢਿਆਂ ਨੂੰ ਵੀ ਜਵਾਨ ਕਰ ਦਿੰਦਾ। ਇਹਦੇ ਜੜ ਦੇ ਵਿੱਚ ਮੂਲੀ ਰੂਪੀ ਬਰੀਕ ਬਰੀਕ ਮੂਲੀਆਂ ਹੁੰਦੀਆਂ। ਆ ਬੂਟਾ ਸਤਾਵਰ ਦਾ ਹੀ ਲੱਗਾ? ਉਹ ਜਿਹੜੇ ਜੜ੍ਹਾਂ ਆਪਾਂ ਦੇਖ ਰਹੇ ਆ ਥੋੜੀਆਂ, ਇਹ ਗਮਲੇ 'ਚ ਲੱਗਾ ਸੀ। ਇਹਨਾਂ ਆਪਣੀ ਤਾਕਤ ਦੇ ਨਾਲ ਹੀ ਗਮਲਾ ਤੋੜ ਕੇ ਤਾਂ ਜੜ੍ਹਾਂ ਬਾਹਰ ਨਿਕਲ ਆਈਆਂ। ਇਹਨੂੰ ਅਸੀਂ ਇਦਾਂ ਹੀ ਕੱਢ ਕੇ ਜ਼ਮੀਨ 'ਚ ਰੇਤਾ 'ਚ ਲਵਾ ਦੇਣਾ ਔਰ ਸਿਆਲ ਨੂੰ ਇਹਨੂੰ ਸਾਈਡਾਂ ਤੋਂ ਮਾੜਾ ਜਿਹਾ ਕੱਟ ਕੇ ਇੱਕ ਮੂਲੀ ਕੱਢੀ ਤੇ ਉਹਦੇ ਛੋਟੇ ਛੋਟੇ ਪੀਸ ਕਰਕੇ, ਇੱਕ ਬੰਦੇ ਲਈ 2 ਇੰਚ ਬਹੁਤ ਕਾਫੀ ਹੁੰਦੀ ਆ, ਤੇ ਉਹ ਕਰਕੇ ਤਾਂ ਅਸੀਂ ਦੁੱਧ 'ਚ ਪਾ ਕੇ ਜਦੋਂ ਪੀਵਾਂਗੇ ਤੇ ਸਾਨੂੰ ਸਿਆਲ ਮਹਿਸੂਸ ਨਹੀਂ ਹੋਣਾ, ਬੁਢਾਪਾ ਮਹਿਸੂਸ ਨਹੀਂ ਹੋਣਾ। ਮਤਲਬ ਇਹ ਬਜ਼ੁਰਗ ਬੰਦਿਆਂ ਦੇ ਵਿੱਚ ਇੰਨੀ ਪਾਵਰ, ਇੰਨੀ ਤਾਕਤ ਉਹਨਾਂ ਦੇ ਸਰੀਰ ਨੂੰ ਕਾਇਮ ਕਰ ਦੂ ਵੀ ਉਹ ਬੁਢੇਪਾ ਉਹਨਾਂ ਨੂੰ ਮਹਿਸੂਸ ਨਹੀਂ ਹੋਏਗਾ। ਬਿਲਕੁਲ ਜੀ, ਬਿਲਕੁਲ। ਹੁਣ ਤੁਸੀਂ ਆਹ ਜਿਹੜਾ ਬੂਟਾ ਦੇਖ ਰਹੇ ਹੋ, ਇਹ ਬੂਟੇ ਦਾ ਤੁਸੀਂ ਟੇਸਟ ਕਰਕੇ ਦੇਖੋ ਪੱਤੇ ਦਾ। ਇਹ ਕਪੂਰ ਦਾ ਬੂਟਾ ਆ, ਇਹ ਬਹੁਤ ਸੋਹਣਾ ਦਰਖਤ ਬਣਦਾ ਆ। ਇਹਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਆ ਔਰ ਜਿਹੜੀ ਕਪੂਰ ਆ ਇਹਨੂੰ ਸਾਡੇ ਹਿੰਦੂ ਧਰਮ ਦੇ ਵਿੱਚ ਦੇਵੀ ਦੇਵਤਿਆਂ ਦੀ ਅੰਮ੍ਰਿਤ ਧਾਰਾ ਮੰਨਿਆ ਗਿਆ, ਤੇ ਅਸੀਂ ਕੋਈ ਵੀ ਕੰਮ ਕਰਦੇ ਆ ਤੇ ਅਸੀਂ ਕਪੂਰ ਜਲਾਉਂਦੇ ਆ। ਤੇ ਜੇ ਸਾਡੇ ਘਰ ਕਪੂਰ ਲੱਗਾ, ਛੋਟੀ ਇਲਾਇਚੀ ਲੱਗੀ ਆ, ਬੁਖਾਰ ਦਾ ਵਾਇਰਲ ਤਾਂ ਵੈਸੇ ਹੀ ਨਹੀਂ ਆਉਣਾ ਤੇ ਦੂਜੇ ਵਾਇਰਲ ਤੋਂ ਵੀ ਬਚੇ ਰਹਿਣਾ। ਇਹਦੇ ਥੱਲੇ ਤਾਂ ਬਿਮਾਰ ਬੰਦਾ ਵੀ ਜਾ ਕੇ ਬਹਿ ਜਾਏ ਤਾਂ ਠੀਕ ਹੋਣਾ ਸ਼ੁਰੂ ਹੋ ਜਾਂਦਾ। ਮਤਲਬ ਜਿਵੇਂ ਅੱਜ ਕੱਲ ਹਰ ਇਨਸਾਨ ਨੂੰ ਆਪਾਂ ਪੁੱਛਦੇ ਆ, ਕਹਿੰਦਾ ਗੋਡੇ ਬਹੁਤ ਦੁਖਦੇ ਆ, ਲੱਤਾਂ 'ਚ ਬਹੁਤ ਦਰਦ ਹੁੰਦੀ, ਜੋੜਾਂ ਦੇ ਵਿੱਚ ਬਹੁਤ ਦਰਦ ਹੁੰਦੀ ਹੈ। ਇਦਾਂ ਦੇ ਬੂਟੇ ਵੀ ਹੈਗੇ ਨੇ ਜਿਹੜੇ ਬੂਟੇ ਉਸ ਕੰਮ ਆਉਂਦੇ ਨੇ, ਜੋੜਾਂ ਦੇ ਦਰਦ ਜਾਂ ਸਾਡੇ ਹੋਰ ਸਰੀਰਕ ਰੋਗ ਦੂਰ ਹੋ ਜਾਂਦੇ ਨੇ ਉਹਦੇ ਨਾਲ? ਹਾਂ, ਬਹੁਤ ਸਾਰੇ ਬੂਟੇ ਹੈਗੇ ਆ। ਜਿੱਦਾਂ ਹੁਣ ਆਹ ਬੂਟਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਸੁਹਾਂਜਣਾ, ਜਿਹਨੂੰ ਮਰਿੰਗਾ ਵੀ ਕਹਿੰਦੇ ਆ, ਡਰਮ ਸਟਿਕ ਵੀ ਕਹਿੰਦੇ ਆ, ਔਰ ਇਹ ਮਲਟੀਪਰਪਜ਼ ਹੈ, ਬੋਡੀ ਦੇ ਸਾਰੇ ਜਿਹੜੇ ਤਾਤਿਆ ਪੂਰੇ ਕਰਦਾ। ਔਰ ਇਹ ਦੁੱਧ ਦਾ ਬਦਲਾ, ਜਿਹਨਾਂ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਦੁੱਧ ਨਹੀਂ ਪਚਦਾ, ਅਗਰ ਪਾਣੀ ਨਾਲ 1 ਚਮਚਾ ਲੈ ਲੈਣ ਤਾਂ 1 ਗਲਾਸ ਦੁੱਧ ਆਇਆ। ਮਤਲਬ ਜਿਹੜਾ ਇਨਸਾਨ ਦੁੱਧ ਪੀਣ ਤੋਂ, ਕਈ ਵਾਰ ਆਪਾਂ ਪੁੱਛਦੇ ਬੱਚੇ ਨੂੰ ਤਾਂ ਬੱਚਾ ਕਹਿੰਦਾ ਮਨ ਨਹੀਂ ਕਰਦਾ ਦੁੱਧ ਪੀਣ ਨੂੰ, ਫਿਰ ਦੁੱਧ ਦੀ ਜਗ੍ਹਾ ਦੇ ਉੱਤੇ ਦੁੱਧ ਦਾ ਬਦਲ ਹੈ, ਆਪਾਂ ਇਹਨੂੰ ਉਬਾਲ ਕੇ ਬੱਚੇ ਨੂੰ ਪਿਆ ਦਈਏ ਤੇ ਉਸ ਬੱਚੇ ਨੂੰ ਜਿਹੜੀ ਦੁੱਧ 'ਚੋਂ ਤਾਕਤ ਮਿਲਦੀ, ਤੱਤ ਮਿਲਦੇ ਨੇ, ਉਹ ਇਸ ਬੂਟੇ 'ਚੋਂ ਮਿਲ ਜਾਂਦੇ ਨੇ। ਉਹ ਤੱਤ ਮਿਲਦੇ ਆ, ਪਲੱਸ ਹੋਰ ਤੱਤ ਬਹੁਤ ਇਹਦੇ ਵਿੱਚ ਹੈਗੇ ਆ ਕਿ ਜਿਹੜੇ ਸਾਡੀ ਬਾਡੀ ਲਈ ਬਹੁਤ ਜ਼ਰੂਰੀ ਹੈਗੇ ਆ। ਇਹ ਜਿਹੜੇ ਬੂਟੇ ਹੈਗੇ ਨੇ ਇਹਨਾਂ ਦੇ ਬਾਰੇ ਥੋੜਾ ਦੱਸ ਦਿਓ, ਕਿਹੜਾ ਬੂਟਾ ਹੈਗਾ ਔਰ ਇਹਨਾਂ ਦਾ ਕੀ ਕੰਮ ਹੈ? ਹੁਣ ਆਹ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਬੂਟੇ ਦਾ ਨਾਮ ਲੈਮਨ ਗ੍ਰਾਸ ਹੈ। ਇਹਨੂੰ ਤੁਸੀਂ ਇਹਦਾ ਪੱਤੇ ਦਾ ਟੇਸਟ ਕਰਕੇ ਦੇਖੋਗੇ, ਇਹ ਨਿੰਬੂ ਦਾ ਟੇਸਟ ਆਏਗਾ। ਇਹ ਮੋਟਾਪੇ ਨੂੰ ਘਟਾਉਂਦਾ, ਇਹਨੂੰ ਅਸੀਂ ਚਾਹ ਦੁੱਧ 'ਚ ਪਾ ਕੇ ਵਰਤ ਸਕਦੇ ਹਾਂ। ਪਲੱਸ ਅਗਰ ਜਿਹੜੇ ਸਾਡੇ ਵੀਰ ਜਿਨ੍ਹਾਂ ਦੀ ਜ਼ਮੀਨ ਬੰਜਰ ਹੈਗੀ ਆ ਜਾਂ ਦਰਿਆਈ ਏਰੀਏ 'ਚ ਹੈਗੀ ਆ, ਉਹ ਇਸ ਬੂਟੇ ਨੂੰ ਬੜੀ ਆਸਾਨੀ ਨਾਲ ਲਾ ਸਕਦੇ ਆ। ਸਾਲ ਦੇ ਵਿੱਚ 4 ਤੋਂ 5 ਕਟਾਈਆਂ ਦੇ ਦਿੰਦਾ। ਇਹਦਾ ਤੇਲ ਬਹੁਤ ਮਹਿੰਗਾ ਆ
ਤੇ ਇਹਨੂੰ ਮੇਨ ਚੀਜ਼ ਇਹ ਆ, ਇਹਨੂੰ ਨਾ ਸੂਰ ਨੇ ਖਾਣਾ, ਨਾ ਇਹਨੂੰ ਕਿਸੇ ਜਾਨਵਰ ਨੇ, ਚੂਹੇ ਨੇ ਖਾਣਾ, ਤੇ ਨਾ ਇਹ ਤੇ ਪਾਣੀ ਦਾ ਅਸਰ ਹੋਣਾ। ਤੇ ਇਹ ਉਹਨਾਂ ਲਈ ਬੰਜਰ ਜ਼ਮੀਨਾਂ ਲਈ ਸਾਡਾ ਜਿਹੜਾ ਆ ਅਸੀਂ ਫਾਇਦਾ ਲੈ ਸਕਦੇ ਹਾਂ ਤੇ ਸਾਡੇ ਵੀਰ ਖੁਸ਼ਹਾਲ ਹੋ ਸਕਦੇ। ਅੱਛਾ ਸੁਰਿੰਦਰ ਸਿੰਘ ਜੀ, ਜਿਸ ਪ੍ਰਕਾਰ ਨਾਲ ਤੁਸੀਂ ਦੱਸਿਆ ਵੀ ਇਹ ਕਿਸਾਨ ਵੀਰ ਬੀਜ ਸਕਦੇ ਨੇ, ਫਿਰ ਕਿਸਾਨ ਵੀਰ ਇਸ ਬੂਟੇ ਨੂੰ ਬੀਜ ਕੇ ਅੱਗੇ ਕਿਵੇਂ ਲੋਕਾਂ ਤੱਕ ਕਿਵੇਂ ਵੇਚਣਗੇ, ਉਹਨੂੰ ਕਿਤੇ ਮੰਡੀ ਜਾਂ ਕਿਸ ਪ੍ਰਕਾਰ ਦੇ ਨਾਲ ਇਹ ਤੋਂ ਮੁਨਾਫਾ ਲੈ ਕਿਵੇਂ ਸਕਦੇ ਨੇ, ਇਹਨੂੰ ਵਪਾਰਕ ਤੌਰ ਦੇ ਉੱਤੇ ਕਿਵੇਂ ਯੂਜ਼ ਕਰ ਸਕਦੇ? ਇਹਦਾ ਤੇਲ ਕਢਾਇਆ ਜਾਂਦਾ, ਜਿੱਦਾਂ ਮੇਥੇ ਦਾ ਤੇਲ ਨਿਕਲਦਾ। ਇਹਦਾ ਸਭ ਤੋਂ ਸੌਖਾ ਤਰੀਕਾ ਤੇ ਅਸੀਂ ਇਹ ਕਵਾਂਗੇ ਕਿ ਜੇ ਇਸ ਏਰੀਏ ਦੇ ਵਿੱਚ ਇਦਾਂ ਦੀ ਹੈਗੀ ਆ ਕਿ ਬੰਜਰ ਏਰੀਏ ਹੈਗੇ ਆ, ਤੇ ਉੱਥੇ ਇਹ ਕਿਸਾਨ ਭਰਾ ਰਲ ਕੇ ਕਰਨ ਤੇ ਆਪਣਾ ਛੋਟਾ ਜਿਹਾ ਪਲਾਂਟ ਲਾ ਲੈਣ ਤੇਲ ਕੱਢਣ ਦਾ, ਤੇ ਤੇਲ ਇਹਨਾਂ ਦਾ ਹੱਥੋਂ ਹੱਥੀ ਵਿਕ ਜਾਂਦਾ। ਤੇਲ ਇਹਨਾਂ ਦੀ ਲਗਾਤਾਰ ਵਿਕਰੀ ਹੋਈ? ਇਹਦੇ ਤੇਲ ਦਾ ਜਿਹੜਾ ਰੇਟ ਆ ਘੱਟੋ ਘੱਟ 1000 ਰੁਪਏ ਲੀਟਰ ਹੁੰਦਾ। ਅੱਛਾ, 1000 ਰੁਪਏ ਲੀਟਰ ਇਸ ਬੂਟੀ ਤੋਂ ਬਣਾਇਆ ਤੇਲ ਵਿਕਦਾ? ਹਾਂਜੀ, ਔਰ ਇਹ ਤੇਲ ਕਾਫੀ ਨਿਕਲਦਾ ਇਹਦੇ ਵਿੱਚੋਂ, ਤੇ ਇਹਦੇ ਲਈ ਇਹ ਬਹੁਤ ਵਧੀਆ ਹੈਗਾ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਬੂਟੇ ਨੇ? ਜਿਵੇਂ ਆਪਾਂ ਬੂਟਾ ਇੱਕ ਦੇਖ ਰਹੇ ਆ, ਪੌਦਾ ਦੇਖ ਰਹੇ ਹੋ, ਇਹ ਬੂਟੇ ਦਾ ਨਾਂ ਹੈਗਾ ਆਲ ਸਪੈਸੀ। ਆਲ ਸਪਾਈਸੀ ਮਤਲਬ ਮਸਾਲਿਆਂ ਦੇ ਨਾਲ ਰਿਲੇਟਡ ਹੈ, ਸਾਰੇ ਮਸਾਲਿਆਂ ਦਾ ਸਵਾਦ ਇਹਦੇ ਵਿੱਚ। ਆਲ ਸਪੈਸੀ, ਇਹਦਾ ਤੁਸੀਂ ਟੇਸਟ ਕਰਕੇ ਦੇਖੋ, ਤੁਹਾਨੂੰ ਮਸਾਲੇ ਦੇ ਸਾਰੇ ਗੁਣ ਜਿਹੜੇ ਆ ਇਹਦੇ 'ਚ ਟੇਸਟ ਨਜ਼ਰ ਆਉਣਗੇ। ਇਹ ਬੂਟਾ ਆਪਣੇ ਘਰ ਲੱਗਾ ਆ, ਆਪਾਂ ਗਮਲੇ 'ਚ ਵੀ ਲਾ ਸਕਦੇ, ਜ਼ਮੀਨ 'ਚ ਵੀ ਲਾ ਸਕਦੇ। ਜਦੋਂ ਆਪਾਂ ਚਾਹ ਬਣਾਉਨੇ ਆ, ਦਰਸ਼ਕਾਂ ਨੂੰ ਦੱਸ ਦਵਾਂ ਵੀ ਜਿਸ ਪ੍ਰਕਾਰ ਸੁਰਿੰਦਰ ਸਿੰਘ ਜੀ ਨਾਗਰਾ ਦੇ ਵੱਲੋਂ ਇਹ ਦਾਅਵਾ ਕੀਤਾ ਸੀਗਾ ਵੀ ਆਲ ਸਪਾਈਸੀ ਬੂਟੇ ਦਾ ਨਾਮ ਹੈ, ਔਰ ਇਸ ਬੂਟੇ ਨੂੰ ਮੈਂ ਵੀ ਟੇਸਟ ਕਰਕੇ ਦੇਖਿਆ। ਇਸ ਬੂਟੇ ਦੇ ਵਿੱਚੋਂ ਮੈਨੂੰ ਜਿਹੜੇ ਅਸੀਂ ਦਾਲਾਂ ਜਾਂ ਹੋਰ ਸਮਾਨ ਦੇ ਵਿੱਚ ਮਸਾਲਾ ਪਾਈਦਾ ਹੈ, ਉਹ ਬਿਲਕੁਲ ਕੱਲੀ ਕੱਲੀ ਚੀਜ਼ ਦਾ ਸਵਾਦ ਤੁਹਾਡੀ ਜ਼ੁਬਾਨ ਦੇ ਉੱਤੇ ਆ ਜਾਂਦਾ ਹੈ। ਸੋ ਮਹਿਸੂਸ ਕਰ ਸਕਦੇ ਹੋ ਵੀ ਇਹ ਕਿੰਨੀਆਂ ਕਾਮਯਾਬ ਔਰ ਕਿੰਨੀਆਂ ਕਾਰਗਰ ਇਹ ਪੌਦੇ ਹੋ ਸਕਦੇ ਨੇ। ਨਰਸਰੀ ਦੇ ਵਿੱਚ ਕਿੰਨੀ ਪਾਵਰ ਹੈ ਜਿਹੜੀਆਂ ਤੁਹਾਡੀਆਂ ਬਿਮਾਰੀਆਂ ਦੇ ਨਾਲ ਲੜ ਸਕਦੀ ਹੈ। ਇਸ ਤੋਂ ਇਲਾਵਾ ਨਾਗਰਾ ਸਾਹਿਬ ਹੋਰ ਕਿਹੜੇ ਕਿਹੜੇ ਬੂਟੇ? ਇਸ ਤੋਂ ਇਲਾਵਾ ਆ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ, ਇਹ ਹਿੰਗ ਦਾ ਬੂਟਾ ਆ। ਹਿੰਗ ਆਪਣੇ ਦਾਲ ਸਬਜ਼ੀ 'ਚ ਵੀ ਵਰਤੀ ਜਾਂਦੀ ਆ, ਬਹੁਤ ਗੁਣਕਾਰੀ ਆ। ਕਿਸੇ ਦੇ ਪੇਨ ਹੁੰਦੀ ਆ ਤੇ ਇਹਨੂੰ ਥੋੜ੍ਹੇ ਜਿਹਾ ਗਰਮ ਕਰਕੇ, ਤਵੇ ਤੇ ਗਰਮ ਕਰਕੇ ਪਾਣੀ ਦੇ ਵਿੱਚ ਘਸਾ ਕੇ ਧੁੰਨੀ ਦੇ ਲਾਗੇ ਲਾਤਾ ਜਾਵੇ, ਪੇਟ ਦੀ ਜਿਹੜੀ ਆ ਪ੍ਰੋਬਲਮ ਸੋਲਵ ਹੋ ਜਾਂਦੀ ਆ, ਦਰਦ ਹਟ ਜਾਂਦੀ ਉਸੇ ਵੇਲੇ। ਚਾਹੇ ਬੱਚਾ ਰੋਂਦਾ, ਬੱਚਾ ਬੋਲ ਕੇ ਨਹੀਂ ਦੱਸ ਸਕਦਾ, ਉਹਦੇ ਦਰਦ ਹੁੰਦੀ ਹੈ, ਉਹ ਇਹਦਾ ਅਸੀਂ ਤੇਲ ਜਾਂ ਬੂਟੇ ਨੂੰ ਪੱਤੇ ਨੂੰ ਮਲ ਕੇ ਉਹਦੀ ਧੁੰਨੀ ਦੇ ਉੱਤੇ ਲਗਾ ਦੇਣਾ? ਨਹੀਂ, ਇਹਦਾ ਜਿਹੜੀ ਹਿੰਗ ਹੁੰਦੀ ਆ, ਹਿੰਗ ਇਹਦੇ ਉੱਪਰ ਗੂੰਦ ਜਿਹੀ ਆਉਣੀ ਆ ਪੱਤਿਆਂ ਤੇ, ਇਹਨਾਂ ਦੀਆਂ ਟਾਹਣੀਆਂ ਤੇ, ਉਹਨੂੰ ਅਸੀਂ ਲਾ ਕੇ ਰੱਖ ਲੈਣਾ ਤੇ ਉਹ ਸਾਂਭ ਕੇ ਰੱਖ ਲਿਆ। ਤੇ ਜਦੋਂ ਅਸੀਂ ਇਹਨੂੰ ਵਰਤਣਾ ਤੇ ਇਹਨੂੰ ਗਰਮ ਕਰੀਦਾ, ਪਹਿਲੇ ਗਰਮ ਕਰਕੇ ਤੇ ਫਿਰ ਵਰਤੀਦਾ ਵਾ। ਤੇ ਉਹਨੂੰ ਅਸੀਂ ਗਰਮ ਕਰਕੇ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਘਸਾ ਕੇ ਤੇ ਧੁੰਨੀ ਦੇ ਆਲੇ ਦੁਆਲੇ ਲਾ ਦਿਆਂਗੇ, ਤੇ ਉਹ ਬੱਚੇ ਦੀ ਵੀ ਪੇਨ ਦੂਰ ਹੋ ਜਾਏਗੀ ਔਰ ਇੰਨਾ ਸੇਫ ਹੈ ਇਹ। ਇਸ ਤੋਂ ਇਲਾਵਾ ਇਹ ਜਿਹੜਾ ਅਸੀਂ ਆਹ ਸਾਹਮਣੇ ਪੌਦਾ ਦੇਖ ਰਹੇ ਹਾਂ, ਇਹ ਕਿਹੜਾ ਪੌਦਾ ਹੈ ਔਰ ਇਹਦਾ ਕੀ ਫਾਇਦਾ ਹੈ? ਚੀਲ ਦਾ ਬੂਟਾ ਹੈਗਾ, ਸਜਾਵਟੀ ਹੈਗਾ। ਤੇ ਇਹਨਾਂ ਤੋਂ ਅੱਗੇ ਜਿਹੜਾ ਤੁਸੀਂ ਆਹ ਬੂਟੇ ਦੇਖ ਰਹੇ ਹੋ, ਇਹ ਲਾਲ ਚੰਦਨ ਆ। ਆਪਣੇ ਇੱਥੇ ਸਫੈਦ ਚੰਦਨ ਵੀ ਹੋ ਜਾਂਦਾ, ਲਾਲ ਚੰਦਨ ਵੀ ਹੋ ਜਾਂਦਾ। ਔਰ ਚੰਦਨ ਜਿਹੜਾ ਹੈਗਾ 22 ਸਾਲਾਂ ਦੇ ਵਿੱਚ ਇਹ 10-12 ਲੱਖ ਰੁਪਏ ਦਾ ਬੂਟਾ ਹੋ ਜਾਂਦਾ। ਇਹ ਜਿਹੜੀ ਚੰਦਨ ਦੀ ਲੱਕੜ ਆਪਾਂ ਕਹਿੰਦੇ ਬਾਜ਼ਾਰਾਂ ਤੋਂ ਮਿਲਦੀ, ਸਾਨੂੰ ਬਹੁਤ ਮਹਿੰਗੀ ਮਿਲਦੀ ਹੈ ਨਾ ਲੱਕੜ, ਜੇ ਤੋਂ ਖੁਸ਼ਬੂ ਆਉਂਦੀ, ਉਹੀ ਬੂਟੇ ਉਹੀ ਪੌਦੇ ਨੇ? ਉਹੀ ਹੁੰਦੀ ਆ। ਇਹਦੀ ਜ਼ਿਆਦਾ ਖੁਸ਼ਬੂ ਨਹੀਂ ਹੁੰਦੀ, ਜ਼ਿਆਦਾ ਜਿਹੜੀ ਹੁੰਦੀ ਉਹ ਸੈਂਟ ਪਾਇਆ ਹੁੰਦਾ। ਇਹਦੇ ਆਲੇ ਪਾਸੇ ਸਾਡਾ ਤਾਂ ਧਿਆਨ ਗਿਆ ਕਿ ਅਸੀਂ ਦੇਖਿਆ ਕਿ ਬੜਾ ਅਖਬਾਰਾਂ 'ਚ ਪੜ੍ਹਦੇ ਰਹੇ ਹਾਂ, ਇੱਕ ਵਿਰਪਨ ਡਾਕੂ ਦਾ ਅਸੀਂ ਨਾਂ ਸੁਣਦੇ ਰਹੇ, ਜਿਹੜਾ ਚੰਦਨ ਦੇ ਜਿਹਨੇ ਜੰਗਲ ਦੇ ਉੱਤੇ ਪੂਰਾ ਉਹਦਾ ਕਬਜ਼ਾ ਸੀਗਾ ਜਿਹੜਾ। ਤੇ ਅਸੀਂ ਸੋਚਿਆ ਕਿ ਜੇ ਅਸੀਂ ਕਿਸਾਨ ਲੋਕ ਇਹਨੂੰ ਲਾ ਲਈਏ ਤੇ ਇਹਦੀ ਲੱਕੜ ਇੰਨੀ ਮਹਿੰਗੀ ਹੈਗੀ ਆ, ਤੇ ਜੇ ਵਿਰਪਨ ਇੰਡੀਆ ਗਵਰਨਮੈਂਟ ਨਾਲ ਲੜ ਗਿਆ ਤੇ ਕੀ ਅਸੀਂ ਆਪਣੀ ਗਰੀਬੀ ਨਾਲ ਨਹੀਂ ਲੜ ਸਕਦੇ? ਸਾਡੇ ਬੱਚਾ ਜਾਂ ਬੱਚੀ ਹੋਵੇ, ਜਨਮ ਲੈਂਦਾ, ਅਸੀਂ ਕਿੰਨੇ ਪੈਸੇ ਖਰਚ ਕਰਦੇ ਹਾਂ। ਅਗਰ ਸਾਡੇ ਕੋਲ ਜਗ੍ਹਾ ਹੈਗੀ ਆ, ਅਸੀਂ 2 ਬੂਟੇ ਲਾ ਦਈਏ, ਉਹਨਾਂ ਦੀ FD ਹੋ ਗਈ, ਚਾਹੇ ਉਹਨੂੰ 20 ਸਾਲ ਬਾਅਦ ਵਰਤ ਲਓ, ਚਾਹੇ 50 ਸਾਲ ਬਾਅਦ ਵਰਤ ਲਓ। ਅੱਛਾ, ਇਹ ਜਿਵੇਂ ਸਾਡੀ ਪੰਜਾਬ ਦੀ ਜ਼ਮੀਨ ਹੈ, ਉਹਦੇ ਵਿੱਚ ਇਹ ਪੋਸੀਬਲ ਹੈ, ਇਹ ਮੁਮਕਿਨ ਹੈ ਵੀ ਇਹ ਪੌਦੇ ਇੱਥੇ ਹੋ ਜਾਣਗੇ, ਇਹਨਾਂ ਦੀ ਆਪਾਂ ਖੇਤੀ ਕਰ ਸਕਦੇ ਹਾਂ? ਹਾਂਜੀ, ਵਾਹਿਗੁਰੂ ਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਬਈ ਅਸੀਂ ਰਿਕਮੈਂਡ ਉਹੀ ਕਰਨੇ ਜਿਹੜੇ ਇੱਥੇ ਹੋ ਸਕਦੇ ਆ। ਹੁਣ ਜਿਹੜੇ ਆਪਾਂ ਚੰਦਨ ਦੇ ਬੂਟੇ ਦੀ ਗੱਲ ਕੀਤੀ ਆ, ਇਹ ਉਸ ਕਲਾਈਮੇਟ 'ਚ ਹੋਣੇ ਆ ਜਿੱਥੇ ਅੰਬ ਹੋ ਜਾਂਦਾ। ਜਿੱਥੇ ਅੰਬ ਨਹੀਂ ਹੁੰਦਾ ਪੰਜਾਬ ਦੀ ਕੁਝ ਧਰਤੀ ਦੇ ਵਿੱਚ, ਉੱਥੇ ਅਸੀਂ ਉਹਨਾਂ ਨੂੰ ਪਹਿਲਾਂ ਪੁੱਛ ਲੈਂਦੇ ਹਾਂ, ਫਿਰ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਕਿ ਇਹ ਤੁਹਾਡੇ ਨਹੀਂ ਹੋ ਸਕਦਾ। ਮਤਲਬ ਜਿਹੜੇ ਬੂਟੇ ਇੱਥੇ ਹੋ ਸਕਦੇ, ਜਿਹੜਾ ਤੁਸੀਂ ਤਜਰਬਾ ਖੁਦ ਕੀਤਾ ਹੈ, ਉਹੀ ਅੱਗੇ ਰਿਕਮੈਂਡ ਵੀ ਕਿਸਾਨਾਂ ਨੂੰ ਕਰਦੇ ਹੋ, ਜਾਂ ਆਮ ਅਸੀਂ ਘਰਾਂ ਦੇ ਵਿੱਚ ਵੀ ਉਸੇ ਪੌਦੇ ਨੂੰ ਵੇਚਣ ਵਾਸਤੇ ਜਾਂ ਲਾਉਣ ਵਾਸਤੇ ਕਹਿੰਦੇ ਨੇ? ਬਿਲਕੁਲ, ਸਾਡਾ ਇਹ ਨਹੀਂ ਹੈਗਾ
ਕਿ ਅਸੀਂ ਬੂਟੇ ਇਕੱਲੇ ਵੇਚਣੇ ਆ, ਧੂੜ 'ਚ ਘੋੜੇ ਦੌੜਾਉਣੇ ਆ, ਬੂਟੇ ਵੇਚ ਲੈ, ਤੁਸੀਂ ਕੌਣ ਤੇ ਅਸੀਂ ਕੌਣ। ਅਸੀਂ ਤਾਂ ਇਹਨਾਂ ਨੂੰ ਆਪਣੇ ਬੱਚੇ ਸਮਝ ਕੇ ਦਿੰਨੇ ਆ, ਤੇ ਬੱਚੇ ਹੀ ਜਿਹੜੇ ਆ ਬੱਚਿਆਂ ਵਾਂਗੂ ਹੀ ਤੁਸੀਂ ਇਹਨਾਂ ਨੂੰ ਪਾਲਣਾ ਤੇ ਇਹਨਾਂ ਤੋਂ ਕੰਮ ਲੈਣਾ। ਨਾਗਰਾ ਸਾਹਿਬ, ਇੱਕ ਸਵਾਲ ਮੇਰੇ ਹੋਰ ਮਨ ਦੇ ਵਿੱਚ ਆ ਰਿਹਾ ਵੀ ਕਿੰਨੇ ਕੁ ਕੀਮਤ ਦੇ ਬੂਟੇ ਆ, ਕਿਉਂਕਿ ਜਿਸ ਪ੍ਰਕਾਰ ਨਾਲ ਤੁਸੀਂ ਇਹਨਾਂ ਬੂਟਿਆਂ ਦੀ ਪਾਵਰ ਦੱਸ ਰਹੇ ਹੋ, ਜਾਂ ਅਲੱਗ-ਅਲੱਗ ਕਿੰਨੇ ਕੁ ਮੁਲਕਾਂ ਤੋਂ ਲਿਆਂਦੇ ਇਹ ਬੂਟੇ ਨੇ, ਔਰ ਕਿੰਨੀ ਕੁ ਕੀਮਤ ਦੇ ਬੂਟੇ ਤੁਸੀਂ ਇਸ ਨਰਸਰੀ ਦੇ ਵਿੱਚ ਵੇਚ ਰਹੇ ਹੋ? ਦੇਖੋ, ਜਿਹੜਾ ਇਨਸੂਲਿਨ ਹੈਗਾ ਉਹ ਬ੍ਰਾਜ਼ੀਲ ਦਾ ਹੈਗਾ, ਜਿਹੜਾ ਮੋਂਗਨੀ ਹੈਗਾ ਇਹ ਅਫਰੀਕਾ ਦਾ, ਆਸਟ੍ਰੇਲੀਆ 'ਚ ਵੀ ਹੁੰਦਾ, ਜਿਹੜਾ ਸਟੀਵੀਆ ਹੈਗਾ ਇਹ ਵੀ ਬਾਹਰਲਾ ਹੀ ਹੈਗਾ, ਜਿਹੜਾ ਰੋਜ਼ਮੈਰੀ ਆ ਇਹ ਵੀ ਬਾਹਰਲਾ ਹੀ ਹੈਗਾ। ਇਹਨੂੰ ਰੋਜ਼ਮੈਰੀ ਨੂੰ ਗੋਰੇ ਲੋਕ ਜਿਹੜੇ ਆ ਉਹ ਤੁਲਸੀ ਵਾਂਗੂ ਸ਼ੁਭ ਮੰਨ ਕੇ ਆਪਣੇ ਘਰਾਂ 'ਚ ਲਾਉਂਦੇ ਆ। ਔਰ ਆ ਜਿਹੜਾ ਬੂਟਾ ਹੈਗਾ ਇਹ ਰੋਜ਼ਮੈਰੀ ਆ, ਇਹਦੇ ਪੱਤੇ ਦਾ ਟੇਸਟ ਕਰੋ, ਟੇਸਟ ਬਹੁਤ ਵਧੀਆ ਹੁੰਦਾ, ਔਰ ਇਹ ਮੈਮਰੀ ਲਈ ਬਹੁਤ ਵਧੀਆ ਹੈ। ਇਹਨੂੰ ਆਪਾਂ ਜਿਹੜਾ ਹੈਗਾ ਆਪਣੀ ਦਾਲ ਸਬਜ਼ੀ 'ਚ ਪਾ ਸਕਦੇ ਹਾਂ। ਇਹਦੇ ਜੇ ਕਿਸੇ ਨੂੰ ਦੇਖਿਆ ਕਿ ਮੈਮਰੀ ਦੀ ਕੋਈ ਪ੍ਰੋਬਲਮ ਹੈਗੀ ਆ, ਇਹਦੇ ਥੋੜ੍ਹੇ ਪੱਤੇ ਤੋੜ ਕੇ ਤੇ ਇਹਨੂੰ ਆਪਾਂ ਚਾਹ ਵਾਂਗੂ ਬਣਾ ਕੇ ਵੀ ਦੇ ਸਕਦੇ ਹਾਂ। ਬਹੁਤ ਸਾਰੇ ਲੋਕ ਕਈ ਵਾਰ ਨੂੰ ਇਦਾਂ ਦੀ ਦਿੱਕਤ ਹੁੰਦੀ ਹੈ ਵੀ ਅਸੀਂ ਯਾਦਾਸ਼ਤ ਕਮਜ਼ੋਰ, ਆਪਾਂ ਕਹਿੰਦੇ ਨੇ ਬੱਚੇ ਦੀ ਯਾਦਾਸ਼ਤ ਕਮਜ਼ੋਰ ਹੈ ਨਾ, ਜਾਂ ਉਹਦੇ ਦਿਮਾਗ ਦੇ ਵਿੱਚ ਜ਼ਿਆਦਾ ਚਿਰ ਚੁਸਤੀ ਨਹੀਂ ਆਉਂਦੀ, ਮਤਲਬ ਉਸ ਪਾਵਰ ਨੂੰ ਵਧਾਉਂਦਾ, ਉਸ ਕਮੀ ਨਹੀਂ ਪੂਰੀ ਕਰਦਾ। ਹਾਂ, ਅਗਰ ਅਸੀਂ ਇਹਨਾਂ ਨੂੰ ਆਪਣੀ ਦਾਲ ਸਬਜ਼ੀ ਪਾਈ ਜਾਈਏ ਤਾਂ ਉਹਨੂੰ ਵਧਾਉਂਦਾ, ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਉਣ ਦਿੰਦਾ। ਤੇ ਇਹ ਦੂਸਰੀ ਚੀਜ਼ ਇਹ ਹੈ ਕਿ ਇਹਦਾ ਤੇਲ ਬਹੁਤ ਮਹਿੰਗਾ ਵਿਕਦਾ। ਅਗਰ ਕਿਸਾਨ ਵੀਰ ਇਸ ਪਾਸੇ ਆ ਜਾਣ ਤੇ ਇਹਨੂੰ ਜਿਹੜਾ ਹੈਗਾ ਇਹਦੀ ਵੀ ਖੇਤੀ ਇੱਥੇ ਪੰਜਾਬ ਦੇ ਵਿੱਚ ਬੜੇ ਆਰਾਮ ਨਾਲ ਕੀਤੀ ਜਾ ਸਕਦੀ। ਇੱਧਰ ਕੁਝ ਵੇਲਾਂ ਜੀਆਂ ਆਪਾਂ ਅਲੱਗ ਕਿਸਮ ਦੀਆਂ ਦੇਖ ਰਹੇ ਹਾਂ, ਇਹ ਕਿਹੜੀ ਵੇਲ ਹੈ ਔਰ ਇਹਦਾ ਕੀ ਫਾਇਦਾ ਕੀ ਹੈ? ਆਹ ਜਿਹੜੀ ਤੁਸੀਂ ਬੇਲ ਦੇਖ ਰਹੇ ਹੋ, ਇਸ ਬੇਲ ਦਾ ਨਾਂ ਹੈਗਾ ਹੱਡ ਜੋੜ ਬੂਟੀ। ਕਿਸੇ ਦੀ ਹੱਡੀ ਟੁੱਟ ਜਾਂਦੀ ਆ, ਇਹਦੀਆਂ 2 ਜਾਂ 3 ਟਾਹਣੀਆਂ ਕੱਟ ਕੇ ਉਹਦੀ ਪੇਸਟ ਬਣਾ ਕੇ ਆਪਾਂ ਉੱਤੇ ਲਾ ਦਿੰਦੇ ਆ, ਬੰਨ੍ਹ ਦਿੰਦੇ ਆ। ਇਹਨੇ ਪਹਿਲਾਂ ਸੇਕ ਕੱਢਣਾ ਜਿੱਦਾਂ ਪਲਸਤਰ ਲਾਉਣ ਤੋਂ ਬਾਅਦ ਨਿਕਲਦਾ, ਔਰ ਜਿਹੜੀ ਮਹੀਨਿਆਂ ਦੇ ਵਿੱਚ ਨਹੀਂ ਉਹ ਗੱਲ ਬਣਦੀ, ਇਹ ਦਿਨਾਂ ਦੇ ਵਿੱਚ ਹੀ ਜੋੜ ਦਿੰਦੀ ਆ। ਔਰ ਬਾਕੀ ਜਿਹੜੀਆਂ ਇਹਦੀਆਂ ਪੱਤੀਆਂ ਹੈਗੀਆਂ, ਇਹਨਾਂ ਦੀ ਭੁਰਜੀ ਬਣਾ ਕੇ ਖਾਧੀ ਜਾ ਸਕਦੀ ਆ। ਮਤਲਬ ਸਬਜ਼ੀ ਦੇ ਤੌਰ ਤੇ ਕੰਮ ਵੀ ਹੁੰਦਾ, ਇੱਕ ਦਵਾਈ ਦੇ ਤੌਰ ਤੇ ਵੀ ਕੰਮ ਕਰਦਾ। ਕੈਲਸ਼ੀਅਮ ਬਹੁਤ ਹੁੰਦੀ ਇਹਦੇ 'ਚ। ਹਾਂਜੀ, ਇਸ ਤੋਂ ਇਲਾਵਾ ਇਹ ਜਿਹੜੇ ਕਿਹੜੇ ਬੂਟੇ ਨੇ? ਇਹ ਉਹ ਜਿਹੜੇ ਆਪਾਂ ਉਧਰ ਬੂਟੇ ਦੇਖੇ ਹੈਗੇ ਉਹ ਗਮਲਿਆਂ 'ਚ ਲਾਏ ਆ, ਤੇ ਇਹ ਦਰਸ਼ਕਾਂ ਨੂੰ ਦੱਸਣ ਲਈ ਕਿ ਅਸੀਂ ਇਦਾਂ ਇਹਨਾਂ ਨੂੰ ਆਪਣੇ ਬੂਟਿਆਂ ਵਿੱਚ ਵੀ ਲਾ ਕੇ ਰੱਖ ਸਕਦੇ ਹਾਂ। ਹੁਣ ਤੁਸੀਂ ਆਹ ਜਿਹੜਾ ਬੂਟਾ ਦੇਖ ਰਹੇ ਹੋ, ਇਹ ਅਸ਼ਵਗੰਧਾ, ਇਹਦੇ ਥੱਲੇ ਜੜ ਹੁੰਦੀ ਆ, ਜੜ ਦੇ ਵਿੱਚ ਸੁਗੰਧ ਹੁੰਦੀ ਆ, ਉਹਦਾ ਪਾਊਡਰ ਬਣਾ ਕੇ ਲੈਣਾ ਹੁੰਦਾ। ਔਰ ਇਹਦੇ ਪੱਤੇ ਦੀ ਇੱਕ ਬਹੁਤ ਵੱਡੀ ਖਾਸੀਅਤ ਹੈ ਕਿ ਜਿਹਨਾਂ ਲੇਡੀਜ਼ ਦੇ ਉਂਗਲਾਂ ਦੇ ਵਿੱਚ ਫੰਗਸ ਹੋ ਜਾਂਦੀ ਹੈ, ਕਰੋਈਆਂ ਹੋ ਜਾਂਦੀਆਂ, ਉਹ ਕਿਸੇ ਦਵਾਈ ਨਾਲ, ਕਿਸੇ ਟਿਊਬ ਦੇ ਨਾਲ ਨਹੀਂ ਹਟਦੀ। ਇਹਦੇ ਪੱਤੇ ਤੋੜ ਕੇ 5-7 ਦਿਨ ਮਲੋ ਉਹਨਾਂ ਨੂੰ ਤੇ ਉਹ ਆਪਣੇ ਆਪ ਠੀਕ ਹੋ ਜਾਣਗੇ। ਤਾਂ ਮਤਲਬ ਜਿਸ ਪ੍ਰਕਾਰ ਦੇ ਨਾਲ ਇਹ ਬੂਟੇ ਜਾਂ ਮੈਡੀਕਲੀ ਆਪਾਂ ਵਰਤ ਸਕਦੇ ਹਾਂ, ਉਸੇ ਪ੍ਰਕਾਰ ਸਾਡੇ ਘਰ ਦੀ ਸਜਾਵਟ ਨੂੰ ਵੀ ਵਧਾਉਂਦੇ ਆ, ਘਰ ਹਰਿਆ ਭਰਿਆ ਰਹਿੰਦਾ। ਇਸ ਤੋਂ ਇਲਾਵਾ ਇੱਥੇ ਵੀ ਕੁਝ ਬੂਟੇ ਸੀਗੇ ਅਲੱਗ ਕਿਸਮ ਅਸੀਂ ਦੇਖ ਰਹੇ ਸੀਗੇ ਪਹਿਲਾਂ, ਜਿਹੜੇ ਤੁਸੀਂ ਦਿਖਾ ਰਹੇ ਸੀਗੇ, ਕੁਝ ਜਿਨ੍ਹਾਂ ਦੀ ਵਾਸ਼ਨਾ ਚੰਗੀ ਸੀਗੀ। ਜਾਂ ਨਾਗਰਾ ਸਾਹਿਬ, ਮੈਂ ਇਹ ਜਾਣਨਾ ਚਾਹੂੰਗਾ, ਇਹ ਸੋਚ ਤੁਹਾਡੇ ਮਾਈਂਡ 'ਚ ਕਿਵੇਂ ਆਈ ਸੀਗੀ ਵੀ ਮੈਂ ਇਹ ਜਿਹੜੀ ਖੇਤੀ ਕਰਦਾ, ਇਹ ਮੈਡੀਕਲ ਪਲਾਂਟਸ ਦੀ ਖੇਤੀ ਕਰਦਾ ਹੈ, ਔਰ ਇਹਦੇ ਨਾਲ ਇੱਕ ਤਾਂ ਲੋਕਾਂ ਦਾ ਭਲਾ ਹੋਏਗਾ, ਦਵਾਈਆਂ ਮਿਲਣਗੀਆਂ, ਦੂਸਰਾ ਤੁਹਾਡਾ ਸ਼ੌਕ ਵੀ ਹੋਏਗਾ, ਤੁਹਾਨੂੰ ਮੁਨਾਫਾ ਵੀ ਹੋਏਗਾ, ਤੁਹਾਡੀ ਕਮਾਈ ਵੀ ਹੋਏਗੀ। ਮੇਰਾ ਇਸ ਸਵਾਲ ਨੂੰ ਪਹਿਲਾਂ ਮੈਂ ਜਾਣਨਾ ਚਾਹੂੰਗਾ ਤੁਹਾਡੇ ਤੋਂ। ਦੇਖੋ, ਸਭ ਤੋਂ ਉੱਤੇ ਪਹਿਲੀ ਗੱਲ ਇਹ ਹੈ ਕਿ ਜਦੋਂ ਅਸੀਂ ਦੇਖਿਆ ਕਿ ਬੰਦੇ ਨੂੰ ਨਾ ਪੈਸੇ ਨਾਲ ਬਚਾਇਆ ਜਾ ਸਕਦਾ, ਨਾ ਬੰਦਿਆਂ ਨਾਲ ਬਚਾਇਆ ਜਾ ਸਕਦਾ, ਤੇ ਕਿਉਂ ਨਾ ਉਹ ਕੰਮ ਕੀਤਾ ਜਾਵੇ ਜਿਹਦੇ ਨਾਲ ਕਿਸੇ ਦੀ ਜਾਨ ਬਚ ਸਕੇ। ਤੇ ਅਸੀਂ ਇਹਨਾਂ ਜੜੀਆਂ ਬੂਟੀਆਂ ਵਾਲੇ ਪਾਸੇ ਤੁਰੇ, ਲੋਕਾਂ ਨੂੰ ਘਰ ਲਵਾਉਣ ਲਈ ਤੁਰੇ। ਤੇ ਹੁਣ ਸਾਡਾ ਇਸ ਤੋਂ ਅਗਲਾ ਸਟੈਪ ਹੈਗਾ ਕਿ ਫਾਰਮਰ ਜਿਹੜੇ ਹੈਗੇ ਆ ਉਹ ਸੁਸਾਈਡ ਦੀ ਰਾਹ ਤੁਰੇ ਹੈਗੇ ਆ, ਕਿਉਂਕਿ ਇਸ ਸੱਚਾਈ ਨੂੰ ਕੋਈ ਵੀ ਠੁਕਰਾ ਨਹੀਂ ਸਕਦਾ। ਚਾਹੇ ਅਸੀਂ ਇੱਕ ਟੌਫੀ ਲੈ ਲਈਏ, ਚਾਹੇ ਅਸੀਂ ਇੱਕ ਪਕੌੜਾ ਲੈ ਲਈਏ, ਤੇ ਦੁਕਾਨਦਾਰ ਦਾ ਆਪਣਾ ਰੇਟ ਆ, ਉਹ ਆਪਣੇ ਪੈਸੇ ਲਏਗਾ। ਤੇ ਅਸੀਂ ਭਾਵੇਂ ਟਰਾਲੀਆਂ ਭਰ ਕੇ ਅਨਾਜ ਦੀਆਂ ਦੇ ਦਈਏ, ਸਾਡਾ ਆਪਣਾ ਰੇਟ ਨਹੀਂ, ਜ਼ਿਮੀਂਦਾਰ ਦਾ ਕੋਈ ਰੇਟ ਨਹੀਂ। ਅਸੀਂ ਸਬਜ਼ੀ ਦੀ ਟਰਾਲੀ ਭਰ ਕੇ ਲੈ ਜਾਈਏ, ਸਾਡੇ ਕੋਲੋਂ 5 ਰੁਪਏ ਉਹ ਕਿਲੋ ਲੈ ਕੇ ਤੇ ਸਾਡੇ ਸਾਹਮਣੇ 20 ਰੁਪਏ ਕਿਲੋ ਵੇਚ ਦੇਣਗੇ, ਕਿਉਂਕਿ ਅਸੀਂ ਮੁੜ ਕੇ ਉਹਨੂੰ ਹੀ ਲੈਣਾ ਚਾਹੀਏ ਆਪ ਘਰ ਵਾਸਤੇ, ਤੇ ਸਾਨੂੰ 20 ਰੁਪਏ ਮਿਲਣੀ ਹੈ। ਸਾਨੂੰ ਹੀ ਭਾਅ ਉਸੇ ਵਕਤ ਆਪਾਂ ਜਦੋਂ ਸੁੱਟਦੇ ਆ ਮੰਡੀ ਦੇ ਵਿੱਚ, ਨਾਲ ਹੀ ਉਹਦਾ 15 ਰੁਪਏ 20 ਰੁਪਏ ਭਾਅ ਵੱਧ ਕੇ ਮਿਲਦਾ। ਹਾਂਜੀ, ਹੁਣ ਇੱਕ ਤੁਸੀਂ ਬਹੁਤ ਵਧੀਆ ਲਫ਼ਜ਼ ਵਰਤਿਆ ਕਿ ਜਿਹੜਾ ਸਾਡੇ ਆਮ ਜ਼ਿਮੀਂਦਾਰਾਂ ਦੇ ਜ਼ੁਬਾਨ ਤੇ ਚੜਿਆ ਆ ਵੀ ਕਿਸੇ ਫਸਲ ਨੂੰ ਸੁੱਟਣਾ, ਤੁਸੀਂ ਸੁੱਟਣ ਦਾ ਲਫ਼ਜ਼ ਵਰਤਿਆ। ਸੁੱਟਣ ਤੇ ਵੇਚਣ ਦੇ ਵਿੱਚ ਬਹੁਤ ਫਰਕ ਆ।
ਸਾਨੂੰ ਇੱਕ ਆਦਤ ਬਣ ਗਈ, ਸਾਨੂੰ ਕੋਈ ਪੁੱਛਦਾ ਤੁਸੀਂ ਕਿੱਥੇ ਚੱਲੇ ਹੋ, ਅਸੀਂ ਚੱਲੇ ਆ ਕਣਕ ਸਿੱਟਣ ਚੱਲੇ ਆ, ਅਸੀਂ ਮੰਡੀ ਝੋਨਾ ਸਿੱਟਣ ਚੱਲੇ ਆ, ਅਸੀਂ ਮੰਡੀ ਮੂਲੀਆਂ ਸਿੱਟਣ ਚੱਲੇ ਆ। ਅਸੀਂ ਇਹ ਸੋਚ ਲਈਏ ਕਿ ਅਸੀਂ ਸਿੱਟਣਾ ਨਹੀਂ, ਵੇਚਣਾ ਆ, ਉਹਨੂੰ ਥੋੜਾ ਤਿਆਰ ਕਰ ਲਈਏ, ਥੋੜੇ ਕਮਰਸ਼ੀਅਲ ਹੋਈਏ ਉਸ ਚੀਜ਼ ਨੂੰ। ਮਾਰਕੀਟਿੰਗ ਆਪ ਕਰੀਏ। ਜੜੀ ਬੂਟੀ ਵਾਲੇ ਪਾਸੇ ਵੀ ਆਉਣ ਦਾ ਮਤਲਬ ਇਹੀ ਆ ਕਿ ਅਗਰ ਅਸੀਂ ਇਹਨਾਂ ਨੂੰ ਲਾ ਕੇ ਅਸੀਂ ਆਪਣੇ ਪ੍ਰੋਸੈਸਿੰਗ ਪਲਾਂਟ ਲਾਈਏ। ਸਾਨੂੰ ਅਰਨ ਚੰਦਨ ਜੀ ਦਾ ਬਹੁਤ ਵਧੀਆ ਇਹ ਉਪਰਾਲਾ ਆ, ਸਾਨੂੰ ਉਹ ਹਲਾਸ਼ੇਰੀ ਦੇ ਰਹੇ ਆ ਕਿ ਅਸੀਂ ਇਹਦੀ ਖੇਤੀ ਵਧਾ ਕੇ ਤੇ ਜ਼ਿਮੀਂਦਾਰਾਂ ਨੂੰ, ਫਾਰਮਰ ਨੂੰ ਇਹਦੇ ਪ੍ਰੋਸੈਸਿੰਗ ਪਲਾਂਟ ਲਾਉਣ ਲਈ ਉਹ ਮਦਦ ਸਾਡੀ ਕਰਨਗੇ। ਸੈਂਟਰ ਗਵਰਨਮੈਂਟ ਮਦਦ ਕਰੇਗੀ ਉਹਨੂੰ ਪ੍ਰੋਸੈਸਿੰਗ ਪਲਾਂਟ ਲਾਉਣ ਲਈ ਤੇ ਉਹਦੇ ਲਾਇਸੈਂਸ ਲਈ। ਇਸ ਲਈ ਦਰਵਾਜ਼ੇ ਖੁੱਲੇ ਆ। ਅੱਛਾ ਨਗਰ ਸਾਹਿਬ, ਇੱਕ ਸਵਾਲ ਹਰ ਦਰਸ਼ਕ ਦੇ ਦਿਮਾਗ 'ਚ ਹੋਊਗਾ ਵੀ ਤੁਸੀਂ ਇਹਦੀ ਕੋਈ ਡਿਗਰੀ ਕੀਤੀ ਹੈ, ਕੋਈ ਪੜ੍ਹਾਈ ਕੀਤੀ ਹੈ, ਜਾਂ ਫਿਰ ਇਹਨਾਂ ਪੌਦਿਆਂ ਦੀ ਤੁਹਾਨੂੰ ਪਹਿਚਾਣ ਕਿਵੇਂ ਆਈ? ਕਿੱਥੋਂ ਇਹ ਪੌਦੇ ਲੈ ਕੇ ਆਉਂਦੇ ਹੋ, ਫਿਰ ਕਿਵੇਂ ਤਿਆਰ ਕਿਵੇਂ ਕਰਦੇ ਹੋ? ਦੇਖੋ, ਡਿਗਰੀ ਜਾਂ ਪੜ੍ਹਾਈ ਜਿਹੜੀ ਵੀ ਹੁੰਦੀ, ਕੋਈ ਵੀ ਹੁੰਦੀ ਆ, ਚਾਹੇ ਕੋਈ ਜਿੰਨੀ ਮਰਜ਼ੀ ਡਿਗਰੀ ਕਰ ਲੈ। ਕਈ ਮੇਰੇ ਵੀਰ ਉਹ ਵੀ ਹੈਗੇ ਆ ਕਿ ਜਿਹੜੇ ਡਿਗਰੀਆਂ ਲੈ ਕੇ ਤੇ ਉਹਨਾਂ ਨੂੰ ਫੜ ਕੇ ਤੁਰੇ ਫਿਰਦੇ ਆ, ਉਹਨਾਂ ਦੀ ਕੋਈ ਸੁਣਨ ਵਾਲਾ ਨਹੀਂ। ਡਿਗਰੀ ਹੈਗੀ ਆ, ਪੜ੍ਹਾਈ ਹੈਗੀ ਆ, ਉਹ ਇੱਕ ਤੁਹਾਡਾ ਬ੍ਰੇਨ ਖੋਲ੍ਹਣ ਲਈ ਆ ਕਿ ਤੁਹਾਡਾ ਬ੍ਰੇਨ ਕਿੱਧਰ ਚੱਲਦਾ। ਠੀਕ ਆ, ਤੇ ਸਾਡਾ ਬ੍ਰੇਨ ਜਿਹੜਾ ਸੀ ਇਹ ਜੜੀਆਂ ਬੂਟੀਆਂ ਵਾਲੇ ਪਾਸੇ ਚੱਲ ਪਿਆ ਤੇ ਅਸੀਂ ਇੱਧਰ ਨੂੰ ਚੱਲ ਪਏ। ਉਹਨੂੰ ਇੱਕ ਰੁਜ਼ਗਾਰ ਵੀ ਬਣਾ ਲਿਆ ਆਪਣਾ। ਇੱਥੇ ਮੈਂ ਪੌਦੇ ਜਾਣਨਾ ਚਾਹੂੰਗਾ ਕਿਹੜੇ ਕਿਹੜੇ ਪੌਦੇ ਨੇ ਔਰ ਕੀ ਫਾਇਦਾ ਇਹਨਾਂ ਦਾ? ਇੱਥੇ ਤੁਸੀਂ ਆਹ ਜਿਹੜਾ ਪੌਦਾ ਦੇਖ ਰਹੇ ਹੋ, ਇਹ ਜਵੈਣ ਆ, ਗਮਲੇ ਦੇ ਵਿੱਚ ਗੁਲਦਸਤੇ ਵਾਂਗੂ ਹੋ ਜਾਂਦੀ ਆ, ਔਰ ਜਿਹੜੀ ਕਿ ਸਾਡੇ ਪੇਟ ਦੇ ਹਾਜ਼ਮੇ ਲਈ ਬਹੁਤ ਵਧੀਆ ਆ। ਇਹਦੇ ਪੱਤੇ ਤੋੜ ਕੇ ਅਸੀਂ ਚਾਹ 'ਚ ਵੀ ਪਾ ਸਕਦੇ ਹਾਂ, ਇਹਨਾਂ ਨੂੰ ਉੱਦਾਂ ਵੀ ਖਾ ਸਕਦੇ ਹਾਂ, ਚਟਨੀ ਬਣਾ ਸਕਦੇ ਹਾਂ, ਪਰੌਂਠੀਆਂ ਬਣਾ ਸਕਦੇ ਹਾਂ, ਔਰ ਇਹ ਬਵਾਸੀਰ ਤੱਕ ਕੰਟਰੋਲ ਕਰਦੇ ਆ ਤੇ ਸਾਡੇ ਪੇਟ ਦੇ ਹਾਜ਼ਮੇ ਨੂੰ ਜਿਹੜਾ ਕੰਟਰੋਲ ਰੱਖਦੇ ਆ। ਇਸੇ ਤਰ੍ਹਾਂ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਜਿੰਨੇ ਵੀ ਹੈਗੇ ਆ, ਉਹ ਸਾਰੇ ਜੜੀਆਂ ਬੂਟੀਆਂ ਦੇ। ਹੁਣ ਤੁਸੀਂ ਆਹ ਜਿਹੜਾ ਬੂਟਾ ਦੇਖ ਰਹੇ ਹੋ, ਇਹਨੂੰ ਹੱਥ ਲਾਓ ਥੋੜਾ ਜਿਹਾ, ਹੁਣ ਖੁਸ਼ਬੂ ਲਓ। ਇਹ ਬੂਟਾ ਜਿਹੜਾ ਹੈਗਾ ਆ, ਇਹਦੇ 'ਚ ਓਡੋਮਾਸ ਦੀ ਖੁਸ਼ਬੂ ਆ। ਇਹ ਦੇਖਣ ਨੂੰ ਸਫੈਦੇ ਦੀ ਨਸਲ 'ਚੋਂ ਆ। ਇਹ ਜਦੋਂ ਬੂਟਾ ਹਵਾ ਆਉਂਦੀ ਹਿੱਲਦਾ ਤੇ ਇਹ ਵਾਤਾਵਰਨ ਨੂੰ ਸਾਫ਼ ਕਰਦਾ। ਤੇ ਇਹਦੇ ਜਿਹੜੇ ਪੱਤੇ ਥੱਲੇ ਡਿੱਗੇ ਹੋਣ, ਅਸੀਂ ਉਹਨਾਂ ਨੂੰ ਬਾਲ ਲਈਏ ਤਾਂ ਮੱਛਰ ਦੌੜ ਜਾਂਦਾ। ਜੇ ਕਿਤੇ ਬਾਹਰ ਅੰਦਰ ਬਹਿਣਾ, ਇਹਦੇ ਪੱਤੇ ਤੋੜ ਕੇ ਮਲ ਲਈਏ ਤਾਂ ਮੱਛਰ ਤੋਂ ਬਚੇ। ਸੁਰਿੰਦਰ ਸਿੰਘ ਨਾਗਰਾ ਜੀ ਦੱਸ ਰਹੇ ਨੇ, ਆਪਾਂ ਓਡੋਮੋਸ ਵਰਤਦੇ ਹਾਂ ਗਰਮੀਆਂ ਦੇ ਵਿੱਚ ਮੱਛਰ ਤੋਂ, ਸਿਆਲਾਂ ਦੇ ਵਿੱਚ ਮੱਛਰ ਤੋਂ ਬਚਣ ਦੇ ਲਈ। ਉਹ ਇੱਕ ਕੁਦਰਤੀ ਇੱਕ ਬੂਟਾ ਹੈ। ਉਸ ਬੂਟੇ ਨੂੰ ਆਪਾਂ ਮਲ ਕੇ ਇਹਦੀ ਜਦੋਂ ਵਾਸ਼ਨਾ ਲੈਂਦੇ ਹਾਂ ਤਾਂ ਬਿਲਕੁਲ ਓਡੋਮੋਸ ਦੀ ਵਾਸ਼ਨਾ ਹੈ। ਤੇ ਦਾਅਵਾ ਹੈ ਵੀ ਇਸ ਬੂਟੇ ਨੂੰ ਜੇ ਆਪਾਂ ਘਰ ਦੇ ਵਿੱਚ ਲਗਾਉਂਦੇ ਆ ਜਾਂ ਇਸ ਦੀ ਜਦੋਂ ਹਵਾ ਚੱਲਦੀ ਹੈ ਤਾਂ ਵਾਤਾਵਰਨ ਸ਼ੁੱਧ ਹੁੰਦਾ ਹੈ ਤੇ ਮੱਛਰ ਮੱਖੀ ਘਰ ਦੇ ਵਿੱਚੋਂ ਘਟ ਜਾਂਦਾ ਔਰ ਤੁਹਾਨੂੰ ਸਾਫ਼ ਸੁਥਰਾ ਸਾਫ਼ ਹਵਾ ਮਿਲ ਸਕਦੀ ਹੈ। ਉੱਥੇ ਹੀ ਮੱਛਰਾਂ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਵੀ ਤੁਸੀਂ ਬਚ ਸਕਦੇ ਹੋ। ਇਸ ਤੋਂ ਇਲਾਵਾ ਨਗਰ ਸਾਹਿਬ ਬਹੁਤ ਸਾਰੇ ਪੌਦੇ ਆਪਾਂ ਹੋਰ ਵੀ ਦੇਖ ਰਹੇ ਹਾਂ ਜਿਨ੍ਹਾਂ ਦੀ ਦਿੱਖ ਤਾਂ ਮੈਨੂੰ ਲੱਗਦਾ ਆਮ ਪੌਦਿਆਂ ਵਰਗੀ ਹੈ। ਇਹ ਮਲਿਕਾ ਬੂਟਾ ਜਿਹੜਾ ਹੈਗਾ ਇਹ ਕੀ ਹੈਗਾ ਔਰ ਰੇਟ ਵੀ ਇਹਦਾ ਲਿਖ ਕੇ ਲਾਇਆ 600 ਰੁਪਇਆ, ਮਹਿੰਗਾ ਕਿਉਂ ਇੰਨਾ? ਇਹ ਮਲਕਾ ਅੰਬ ਹੈਗਾ। ਇਹ ਬੂਟੇ ਮਧਰਾ ਬੂਟਾ ਰਹਿੰਦਾ, ਇਹਨੂੰ ਅੰਬ ਦਾ ਸਾਈਜ਼ ਵੱਡਾ ਹੁੰਦਾ। ਇਹ ਵੈਰਾਈਟੀ ਮਿਲਦੀ ਔਖੀ ਆ, ਦੂਰੋਂ ਆਉਂਦੀ ਆ, ਜਿਹਦੇ 'ਚੋਂ ਬੂਟੇ ਬਹੁਤ ਜ਼ਿਆਦਾ ਮਰ ਜਾਂਦੇ ਆ ਆਉਂਦਿਆਂ ਹੀ। ਇਸ ਕਰਕੇ ਫਿਰ ਉਹ ਵੀ ਜਿਹੜਾ ਰੇਟ ਆ ਇਹਦੇ 'ਚ ਹੀ ਐਡਜਸਟ ਹੋਣਾ। ਤੇ ਇਹਦਾ ਅੰਬ ਦਾ ਟੇਸਟ ਬਹੁਤ ਵਧੀਆ ਹੁੰਦਾ। ਆਪਾਂ 4-5 ਜਣੇ ਬੈਠੇ ਆ, ਇੱਕ ਅੰਬ ਕੱਟ ਕੇ ਖਾ ਲਈਏ ਤੇ ਮਨ ਤ੍ਰਿਪਤ ਹੋ ਜਾਂਦਾ। ਔਰ ਇਹਦੀ ਜਿਹੜੀ ਗਿੱਠ ਹੁੰਦੀ ਆ, ਜਿੱਦਾਂ ਸਿੱਪੀ ਹੁੰਦੀ ਆ, ਇਸ ਤਰ੍ਹਾਂ ਪਤਲੀ ਹੁੰਦੀ ਆ। ਹੁਣ ਆਪਾਂ ਅੰਬ ਦੀ ਗੱਲ ਹੀ ਕਰ ਲਈਏ। ਅੰਬ ਹੀ ਇੱਕ ਐਸਾ ਫਲ ਆ ਜਿਹਨੂੰ ਖਾਣ ਤੋਂ ਬਾਅਦ ਮਨ ਦੀ ਤ੍ਰਿਪਤੀ ਹੁੰਦੀ ਆ। ਔਰ ਇਹ ਜਿਹੜਾ ਹੈਗਾ ਆ ਟਪਕਾ ਹੋਵੇ, ਆਪੇ ਪੱਕਿਆ ਹੋਵੇ। ਅਸੀਂ ਸੀਜ਼ਨ ਦੇ ਵਿੱਚ 5-6 ਕਿਲੋ ਦਾ ਵਾਰਾ ਜਿਹੜਾ ਆ ਇੱਕ 2-2 ਕਰਕੇ ਅੰਬ ਖਾ ਲੈਂਦੇ ਆ ਤੇ ਪੂਰਾ ਸਾਲ ਸਾਡੇ ਪੇਟ ਦੀ ਅਗਨ ਖਰਾਬ ਨਹੀਂ ਹੋਣੀ। ਜੇ ਸਾਡੇ ਪੇਟ ਦੀ ਅਗਨ ਖਰਾਬ ਨਹੀਂ ਹੋਣੀ, ਸਾਨੂੰ ਪ੍ਰੋਬਲਮ ਕੋਈ ਨਹੀਂ ਆਉਣੀ। ਔਰ ਜਿਹੜਾ ਅੰਬ ਹੈਗਾ, ਇਹਨੂੰ ਜਦੋਂ ਆਪਣੇ ਕੋਈ ਵੀ ਆਪਾਂ ਕੰਮ ਕਰਦੇ ਆ, ਸ਼ੁਭ ਕੰਮ ਹੁੰਦਾ ਤੇ ਇਹਦਾ ਸਿਹਰਾ ਬੰਨਿਆ ਜਾਂਦਾ। ਉਹਦਾ ਮਤਲਬ ਇਹ ਹੁੰਦਾ ਕਿ ਇਹ ਜਿਹੜੀ ਬਲੈਕ એનર્ਜੀ ਹੈਗਾ ਉਹਨੂੰ ਇਹ ਖਤਮ ਕਰਦਾ। ਔਰ ਇਹਦੇ ਲਈ ਇੱਕ ਤੁਹਾਨੂੰ ਐਕਸਪੈਰੀਮੈਂਟ ਦੇ ਤੌਰ ਤੇ ਮੈਂ ਦੱਸਾਂਗਾ ਕਿ ਜਦੋਂ ਇਹਨੂੰ ਬੂਰ ਆਉਂਦਾ ਕਿਸੇ ਵੀ ਅੰਬ ਨੂੰ, ਸਿਰਫ ਆਪਾਂ ਮਲਕਾ ਦੀ ਨਹੀਂ ਗੱਲ ਕਰਦੇ, ਕਿਸੇ ਵੀ ਅੰਬ ਨੂੰ ਜਦੋਂ ਬੂਰ ਆਉਂਦਾ
ਉਹ ਬੂਰ ਥੱਲੇ ਗਿਰਿਆ ਹੋਵੇ, ਆਪਾਂ ਸਵੇਰੇ ਸਵੇਰੇ ਜਾ ਕੇ ਉਹ ਬੂਰ ਚੱਕ ਕੇ ਤੇ ਜਿੱਧਰੋਂ ਸੂਰਜ ਚੜ੍ਹਦੇ ਪਾਸੇ ਮੂੰਹ ਕਰਕੇ ਤੇ ਉਹਨੂੰ ਆਪਣੇ ਹੱਥਾਂ ਤੇ ਮਸਲੀਏ 10-15 ਮਿੰਟ। ਤੇ ਇਸੇ ਤਰ੍ਹਾਂ ਹੀ ਉਹਨੇ ਦਿਨ ਕਰੀਏ ਜਿੰਨੇ ਦਿਨ ਬੂਰ ਹੈਗਾ। ਜਦੋਂ ਅੰਬੀਆਂ ਬਣ ਗਈਆਂ ਫਿਰ ਨਹੀਂ। ਤੇ ਪੂਰਾ ਸਾਲ ਪਹਿਲੀ ਤਾਂ ਗੱਲ ਇਹ ਆ ਕਿ ਜਦੋਂ ਅਸੀਂ ਇਹਨੂੰ ਕਰਾਂਗੇ ਤੇ ਸਾਨੂੰ ਕੁਦਰਤ ਦਾ ਅਨੁਭਵ ਹੋਏਗਾ ਕਿ ਕਿੰਨੀ એનર્ਜੀ ਜਿਹੜੀ ਆ ਕੁਦਰਤ ਸਾਨੂੰ ਦੇ ਰਹੀ ਆ, ਸਾਡੀ ਬਾਡੀ ਦੇ ਅੰਦਰ ਆ ਰਹੀ ਆ, ਬਾਡੀ ਅਡਾਪਟ ਕਰ ਰਹੀ ਆ। ਵਾਹ ਕੁਦਰਤ ਕਿਆ ਹੈ ਤੂੰ ਤੇਰੇ ਕੋਲ ਇੰਨਾ ਕੁਛ ਆ, ਤੂੰ ਇੰਨਾ ਕੁਛ ਦੇ ਰਹੀ ਆ, ਮਨ 'ਚ ਇੱਕ ਆਏਗਾ। ਔਰ ਦੂਸਰਾ ਇਹ ਆ ਕਿ ਮਨ 'ਚ ਹੰਕਾਰ ਨਹੀਂ ਲਿਆਉਣਾ। ਪੂਰਾ ਸਾਲ ਠੂਆਂ ਲੜ ਜਾਏ, ਮਖੀਲ ਦੀ ਮੱਖੀ ਲੜ ਜਾਏ, ਭੁੰਡੀ ਲੜ ਜਾਏ, ਨਾ ਸੋਜਸ਼ ਪਏਗੀ ਨਾ ਦਰਦ ਹੋਏਗੀ। ਮਤਲਬ ਅੰਬ ਦਾ ਬੂਰਾ ਜੇ ਆਪਾਂ ਡੇਲੀ ਸੂਰਜ ਵੱਲ ਮੂੰਹ ਕਰਕੇ ਮਲਦੇ ਹਾਂ ਤੇ ਜੇ ਅਸੀਂ ਇਹ ਕਰਦੇ ਹਾਂ ਕਿ ਅੰਬ ਦੇ ਅਸੀਂ ਗੱਡੀ ਤੇ ਜਾਂਦੇ ਪਏ ਹਾਂ, ਅਸੀਂ ਦੇਖਦੇ ਹਾਂ ਕਿ ਕਿਸੇ ਸਾਡੇ ਭੈਣ ਭਰਾ ਦੇ ਭੁੰਡੀ ਲੜ ਗਈ ਆ, ਮੋਟਰਸਾਈਕਲ ਤੇ ਜਾਂਦੇ ਆ, ਪੈਦਲ ਜਾਂਦੇ ਆ, ਉਹ ਤੜਫਦਾ ਪਿਆ, ਗੱਡੀ ਢੱਕੋ, ਵਾਹਿਗੁਰੂ ਕਹਿ ਕੇ 2-3 ਵਾਰੀ ਹੱਥ ਫੇਰ ਦਿਓ ਤੇ ਉਸੇ ਟਾਈਮ ਤੇ ਉਹਦੀ ਦਰਦ ਵੀ ਹਟ ਜਾਏਗੀ ਤੇ ਸੋਜਿਸ਼ ਵੀ ਨਹੀਂ ਪਏਗੀ। ਮਤਲਬ ਇਹ ਵੀ ਤੁਸੀਂ ਬੜੀ ਇੱਕ ਨਵੀਂ ਚੀਜ਼ ਦੱਸੀ ਹੈ। ਹਾਲਾਂਕਿ ਆਪਾਂ ਨੂੰ ਸਿਰਫ ਅੰਬਾਂ ਤੱਕ ਮਤਲਬ ਹੁੰਦਾ ਹੈ, ਬੂਰ ਤੱਕ ਤਾਂ ਜਦੋਂ ਬੂਰ ਪੈਂਦਾ ਉਹਨੂੰ ਦੇਖ ਕੇ ਖੁਸ਼ ਜ਼ਰੂਰ ਹੋਈਦਾ ਵੀ ਕੁਝ ਦਿਨਾਂ ਬਾਅਦ ਹੁਣ ਅੰਬ ਲੱਗਣਗੇ ਤੇ ਖਾਵਾਂਗੇ। ਪਰ ਜਿਹੜੀ ਬੂਰ ਦੀ ਅਸਲੀ ਤਾਕਤ ਹੈ ਉਹ ਬੜੀ ਗੁਣਕਾਰੀ ਹੈ। ਜਿਸ ਤਰੀਕੇ ਨਾਲ ਤੁਸੀਂ ਜਿੰਨੇ ਵੀ ਫਲ ਫਰੂਟ ਆ ਜੋ ਵੀ ਕੁਦਰਤ ਨੇ ਦਿੱਤਾ ਉਹ ਸਾਡੇ ਲਈ ਸਾਰਾ ਗੁਣਕਾਰੀ ਆ। ਕਿਸੇ ਦੇ ਬਵਾਸੀਰ ਦੇ ਮੌਕੇ ਹੋ ਗਏ ਆ, ਉਹ ਨਹੀਂ ਹਟਦੇ ਪਏ, ਅੰਬ ਦੇ ਪੱਤੇ ਤੋੜ ਕੇ ਸਾਵੇਂ ਸੁਕਾ ਕੇ ਉਹਦਾ ਪਾਊਡਰ ਬਣਾ ਲਓ, ਉਹਦੀ ਧੂਣੀ ਦੇਣੀ ਸ਼ੁਰੂ ਕਰੋ, ਮੌਕੇ ਆਪੇ ਸੁੱਕ ਜਾਣਗੇ ਝੜ। ਉਹ ਵੀ ਇਲਾਜ ਹੋਊਗਾ। ਇੱਥੇ ਇੱਕ ਹੋਰ ਪੌਦਾ ਲੱਗਾ ਹੈ, ਇਹ ਪੌਦਾ ਕਾਹਦਾ ਹੈ ਔਰ ਇਹਦੀ ਕਿਵੇਂ ਵਰਤੋਂ ਕਰਦੇ ਹਾਂ ਅਸੀਂ? ਇਹ ਪੌਦਾ ਜਿਹੜਾ ਹੈਗਾ ਛੋਟੀ ਇਲਾਇਚੀ ਆ। ਮਤਲਬ ਛੋਟੀ ਇਲਾਇਚੀ ਲੱਗਦੀ ਹੈ ਇਹਨੂੰ ਜਾਂ ਉਧਰ ਵੱਡੀ ਇਲਾਇਚੀ ਦਾ ਵੀ ਲੱਗਾ? ਨਹੀਂ, ਇਹਨਾਂ ਨੂੰ ਫਲ ਨਹੀਂ ਇੱਥੇ ਪੱਕਦਾ, ਫਲ ਨਹੀਂ ਲੱਗਦਾ ਕਿਉਂਕਿ ਇੱਥੇ ਕਲਾਈਮੇਟ ਅਲਾਉ ਨਹੀਂ ਕਰਦਾ। ਇਹਨਾਂ ਨੂੰ ਫੁੱਲ ਜ਼ਰੂਰ ਨਿਕਲਦੇ ਆ ਕੇਲੇ ਦੇ ਘਾਣਾ ਵਾਂਗੂ, ਲੇਕਿਨ ਉਹ ਝੜ ਜਾਂਦੇ। ਤੇ ਸਾਨੂੰ ਫਲ ਅੜਿਕਣ ਦੀ ਲੋੜ ਨਹੀਂ ਹੁੰਦੀ। ਅਸੀਂ ਛੋਟੇ ਤੋਂ ਹੀ ਇਹਦੇ ਤੋਂ ਜਿਹੜੇ ਪੱਤੇ ਜਿਹੜੇ ਆ ਉਹ ਲੈ ਕੇ ਮਤਲਬ ਇਹਦੇ ਪੱਤੇ ਨੂੰ ਵੀ ਅਸੀਂ ਖਾਣਾ ਹੀ ਹੁੰਦਾ? ਹਾਂ ਖਾ ਸਕਦੇ ਹਾਂ। ਅਸੀਂ ਜਿੱਥੇ ਆਪਣੇ ਦੁੱਧ ਦੇ ਵਿੱਚ ਚਾਹ ਦੇ ਵਿੱਚ ਜਿਹੜੇ ਆ ਉਹ ਪੱਤੇ ਪਾਉਣੇ ਆ, ਇਹ ਪੱਤੇ ਪਾ ਦਿਆਂਗੇ ਇਲਾਇਚੀ ਦੀ ਜਗ੍ਹਾ ਤੇ ਪੂਰਾ ਕੰਮ ਕਰਨਗੇ। ਮੈਂ ਦਰਸ਼ਕਾਂ ਨੂੰ ਇਹ ਵੀ ਪੱਤੇ ਦਾ ਟੇਸਟ ਦੱਸ ਦੇਣਾ ਕਰਕੇ। ਔਰ ਖੁਸ਼ਬੂ ਦੇਖੋ ਇਹਦੀ। ਬਿਲਕੁਲ ਜਿਸ ਤਰੀਕੇ ਦੇ ਨਾਲ ਆਪਾਂ ਛੋਟੀ ਇਲਾਇਚੀ ਜਿਹੜੀ ਚਾਹ 'ਚ ਪਾਈ ਦੀ ਜਾਂ ਆਪਾਂ ਕਈ ਵਾਰ ਚੌਲਾਂ ਦੇ ਵਿੱਚ ਪਾਉਂਦੇ ਆ ਜਾਂ ਹਲਵਾ ਬਣਾਉਂਦੇ ਆ ਘਰ ਦੇ ਵਿੱਚ, ਉਹਦੇ ਵਿੱਚ ਪਾਉਂਦੇ ਆ, ਸੇਮ ਉਹੀ ਟੇਸਟ ਇਸ ਪੱਤੇ ਤੋਂ ਆਉਂਦਾ ਸਵਾਦ ਦੇ ਵਿੱਚ। ਕਹਿੰਦੇ ਚਾਹ ਦੇ ਵਿੱਚ ਪਾ ਕੇ ਵੀ ਇਹਨੂੰ ਵਰਤ ਸਕਦੇ ਆ। ਹੋਰ ਇਸ ਤੋਂ ਇਲਾਵਾ ਜਿਹੜੇ ਇਹ ਪੌਦੇ ਨੇ ਇਹ ਕਿਹੜੇ ਨੇ, ਇਹਨਾਂ ਬਾਰੇ ਵੀ ਥੋੜਾ ਜਾਣਨਾ ਚਾਹਾਂਗੇ। ਬਸ ਲੱਗੇ ਇਹ ਕਪੂਰ ਹੈਗਾ ਜਿਹਦੇ ਬਾਰੇ ਤੁਹਾਨੂੰ ਦੱਸ ਚੁੱਕੇ ਆ। ਮਸਾਲੇ ਵਾਲਾ ਜਿਹੜਾ, ਹਾਂਜੀ ਇਹ ਇਨਸੂਲਿਨ ਆ, ਆ ਵੀ ਇਨਸੂਲਿਨ ਆ। ਇਹ ਨਿਊਜ਼ੀਲੈਂਡ ਦਾ ਬੂਟਾ ਆ। ਇਸ ਬੂਟੇ ਦੇ ਖੰਭੇ ਅੰਗਰੇਜ਼ਾਂ ਦੇ ਟਾਈਮ ਦੇ ਹਜੇ ਖੜੇ ਆ। ਇਸ ਬੂਟੇ ਦੀ ਇਹ ਖੂਬੀ ਆ, ਨਾ ਇਹਦੀ ਲੱਕੜ ਗਲਦੀ ਆ ਪਾਣੀ 'ਚ, ਨਾ ਇਹਨੂੰ ਸੇਕ ਲੱਗਦੀ ਆ। ਤੇ ਸਾਡਾ ਟਰਾਇਲ ਇਹ ਚੱਲ ਰਿਹਾ ਕਿ ਅਗਰ ਜ਼ਿਮੀਂਦਾਰ ਇਹ ਲਾ ਲੈਣ, ਇਹਦਾ ਇੱਥੇ ਪਤਾ ਲੱਗ ਜਾਏ ਤੇ ਇਹਦੀ ਮਾਰਕੀਟਿੰਗ ਬਹੁਤ ਵਧੀਆ ਹੋਏਗੀ। ਫਰਨੀਚਰ ਭਾਵੇਂ ਬਾਹਰ ਮੀਂਹ 'ਚ ਪਿਆ ਰਵੇ ਤੇ ਸਾਡਾ ਜਿਹੜਾ ਹੈਗਾ। ਔਰ ਇਹਦੀ ਮੇਨ ਚੀਜ਼ ਇਹ ਹੈਗੀ ਆ ਕਿ ਇਹਦੇ ਸਿੱਧਾ ਹੀ ਜਾਣਾ, ਇਹਦੇ ਪੱਤਿਆਂ ਨੇ ਨਾ ਸ਼ੌਰ ਮਾਰਨੀ ਤੇ ਨਾ ਇਹਨੇ ਜਿਹੜਾ ਹੈਗਾ ਆ ਕੋਈ ਨੁਕਸਾਨ ਕਰਨਾ। ਇਹਨੇ ਸਿੱਧਾ ਹੀ ਜਾਣਾ। ਇਹ 12 ਸਾਲ ਦੇ ਵਿੱਚ ਪੌਦਾ ਤਿਆਰ ਹੋ ਜਾਂਦਾ ਤੇ ਇਹ ਬਹੁਤ ਵਧੀਆ ਪੌਦਾ ਆ ਜਿਹਦੀ ਲੱਕੜ ਛਿੱਪਾਂ ਨੂੰ ਲੱਗਦੀ ਹੈ। ਆਖਰੀ ਸਵਾਲ ਲਾਉਂਗਾ, ਕਿੰਨੇ ਕੁ ਸਾਲ ਦਾ ਇਹ ਤਜਰਬਾ ਹੈ ਵੀ ਅੱਜ ਇਹ ਪੁੱਤਾਂ ਵਾਂਗ ਪਾਲੇ ਬੂਟੇ ਜਿੱਥੇ ਫਾਇਦਾ ਵੀ ਦੇ ਰਹੇ ਨੇ, ਮੁਨਾਫਾ ਦੇ ਰਹੇ ਨੇ, ਉੱਥੇ ਲੋਕਾਂ ਦਾ ਭਲਾ ਵੀ ਹੋ ਰਿਹਾ, ਲੋਕ ਦਵਾਈਆਂ ਤੋਂ ਛੁਟਕਾਰਾ ਮਿਲ ਰਿਹਾ, ਨਿਜਾਤ ਮਿਲ ਰਹੀ ਹੈ ਔਰ ਤੰਦਰੁਸਤ ਹੋ ਰਹੇ ਨੇ? ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਅੱਜ ਸਾਨੂੰ ਇਸ ਕੰਮ 'ਚ ਪਿਆ 20 ਸਾਲ ਹੋ ਗਏ ਔਰ ਮੇਰੀ ਸਾਰੇ ਸਰੋਤਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ, ਦਰਖਤ ਨੂੰ ਜਵਾਨ ਹੋਣ 'ਚ ਪੂਰਾ ਹੋਣ ਦੇ ਵਿੱਚ 20 ਸਾਲ ਲੱਗ ਜਾਂਦੇ ਤੇ ਪੁੱਤ ਨੂੰ ਜਵਾਨ ਹੋਣ 'ਚ 20 ਸਾਲ ਲੱਗ ਜਾਂਦੇ ਆ। ਤੇ ਆਪਾਂ ਇਹਨਾਂ ਨੂੰ ਦੋਨਾਂ ਹਨੇਰੀਆਂ ਤੋਂ ਬਚਾਉਣਾ, ਦਰਖਤ ਨੂੰ ਵੱਢਣ ਦੀ ਹਨੇਰੀ ਤੋਂ ਤੇ ਪੁੱਤ ਨੂੰ ਨਸ਼ੇ ਦੀ ਹਨੇਰੀ ਤੋਂ। ਇਹ ਦੋਨੇ ਚੀਜ਼ਾਂ ਬਚਾ ਲਈਏ। ਬਾਕੀ ਕੁਦਰਤ ਜਿਹੜੀ ਆ, ਸ੍ਰਿਸ਼ਟੀ, ਝਾਤੀ ਮਾਰ ਲਓ ਤੁਸੀਂ ਕਿਤੇ ਵੀ, ਚਾਹੇ ਇਨਸਾਨ ਆ, ਜਾਨਵਰ ਆ, ਗੱਡੀਆਂ ਵਾ, ਇਹ ਤਿੰਨ ਚੀਜ਼ਾਂ ਤੇ ਚੱਲਦੀਆਂ: ਹਵਾ, ਪਾਣੀ ਤੇ ਅੱਗ। ਅਗਨ ਸਾਨੂੰ ਸੂਰਜ ਦੇ ਰਿਹਾ ਫ੍ਰੀ 'ਚ, ਪਾਣੀ ਸਾਨੂੰ ਹੁਣ ਫ੍ਰੀ 'ਚ ਦਿੱਤਾ,
ਹਵਾ ਹੁਣ ਫ੍ਰੀ 'ਚ ਦਿੱਤੀ ਆ, ਆਪਾਂ ਤਿੰਨੇ ਬਚਾ ਲਈਏ, ਗਾਂ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਬਚੀ ਰਹਿ ਜਾਏ। ਸੁਰਿੰਦਰ ਸਿੰਘ ਨਾਗਰਾ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਉਸ ਜਿਸ ਪ੍ਰਕਾਰ ਤੁਸੀਂ ਇਹਨਾਂ ਪੁੱਤਾਂ ਵਾਂਗ ਬੂਟਿਆਂ ਨੂੰ ਪਾਲਿਆ ਹੈ ਔਰ ਬੜੀ ਤੁਹਾਡੀ ਮਿਹਨਤ ਹੈ ਵੀ ਇਹ ਪੌਦੇ ਅੱਜ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਦੇ ਲਈ ਬੜੇ ਆਸਾਨ ਤਰੀਕੇ ਦੇ ਨਾਲ ਇਸ ਬੂਟੇ ਨੂੰ ਅਸੀਂ ਘਰ ਲਿਜਾ ਕੇ ਲਗਾ ਸਕਦੇ ਹਾਂ ਔਰ ਉਹਦਾ ਇਲਾਜ ਵੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸੁਰਿੰਦਰ ਸਿੰਘ ਨਾਗਰਾ ਜੀ, ਜਿਨ੍ਹਾਂ ਦੇ ਵੱਲੋਂ ਇਹ ਆਯੁਰਵੈਦਿਕ ਨਰਸਰੀ ਕਰਤਾਰਪੁਰ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਬਣਾਈ ਗਈ ਹੈ ਔਰ ਇੱਥੇ ਲੱਗੇ ਜ਼ਿਲ੍ਹਾ ਜਲੰਧਰ ਦੇ ਵਿੱਚ ਬਣਾਈ ਗਈ ਹੈ, ਮਾਫ ਕਰਨਾ। ਔਰ ਇੱਥੇ ਕੋਈ ਅਜਿਹਾ ਬੂਟਾ ਨਹੀਂ ਹੈ ਜਿਹਦਾ ਤੁਹਾਨੂੰ ਫਾਇਦਾ ਨਹੀਂ ਹੋਵੇਗਾ। ਜਿੱਥੇ ਬੂਟੇ ਤੁਹਾਡੇ ਘਰ ਦੀ ਸੁੰਦਰਤਾ ਨੂੰ ਵਧਾਉਣਗੇ ਤਾਂ ਉੱਥੇ ਹੀ ਇਹ ਬੂਟੇ ਤੁਹਾਡੀਆਂ ਬਿਮਾਰੀਆਂ ਦਾ ਇਲਾਜ ਵੀ ਕਰਦੇ ਨੇ। ਸੋ ਉਹਨਾਂ ਨੇ ਵੀ ਇਹੀ ਅਪੀਲ ਕੀਤੀ ਹੈ ਵੀ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ, ਨਸ਼ਿਆਂ ਦੀ ਹਨੇਰੀ ਤੋਂ ਬਚਾਈਏ ਤੇ ਪੌਦਿਆਂ ਨੂੰ ਅਸੀਂ ਵੱਢਣ ਦੀ ਹਨੇਰੀ ਤੋਂ ਬਚਾਈਏ। ਵੱਧ ਤੋਂ ਵੱਧ ਪੌਦੇ ਲਗਾਈਏ ਕਿਉਂਕਿ ਕੁਦਰਤ ਤੁਹਾਡੀ ਹਰ ਬਿਮਾਰੀ ਦਾ ਹੱਲ ਹੈ, ਜਿਸ ਦਾ ਦਾਅਵਾ ਸੁਰਿੰਦਰ ਸਿੰਘ ਨਾਗਰਾ ਵੀ ਕਰ ਰਹੇ ਨੇ। 20 ਸਾਲ ਦਾ ਤਜਰਬਾ ਹੈ। ਸ਼ੂਗਰ ਦੇ ਵੱਡੇ ਤੋਂ ਵੱਡੇ ਮਰੀਜ਼ ਇੱਥੋਂ ਦਵਾਈਆਂ ਖਾ ਕੇ ਇਹ ਪੱਤਿਆਂ ਤੋਂ, ਜੜੀਆਂ ਬੂਟੀਆਂ ਤੋਂ ਠੀਕ ਹੋਏ ਨੇ। ਇੱਥੋਂ ਤੱਕ ਕਿ ਬਵਾਸੀਰ ਵਰਗੀ ਭਿਆਨਕ ਬਿਮਾਰੀ ਦਾ ਇਲਾਜ ਵੀ ਇਹਨਾਂ ਜੜੀਆਂ ਬੂਟੀਆਂ ਦੇ ਨਾਲ ਕੀਤਾ ਜਾ ਸਕਦਾ ਹੈ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਕਰਤਾਰਪੁਰ ਜ਼ਿਲ੍ਹਾ ਜਲੰਧਰ। ਆ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ ਇਹ ਸਤਾਵਰ ਆ, ਤੇ ਸਤਾਵਰ ਦੀ ਇੱਕ ਕਹਾਵਤ ਆ ਕਿ ਇਹ ਬੁੱਢਿਆਂ ਨੂੰ ਵੀ ਜਵਾਨ ਕਰ ਦਿੰਦਾ। ਇਹ ਬੂਟੇ ਦਾ ਤੁਸੀਂ ਟੇਸਟ ਕਰਕੇ ਦੇਖੋ ਪੱਤੇ ਦਾ, ਇਹ ਕਪੂਰ ਦਾ ਬੂਟਾ ਹੈ। ਤੇ ਜੇ ਸਾਡੇ ਘਰ ਕਪੂਰ ਲੱਗਾ, ਛੋਟੀ ਇਲਾਇਚੀ ਲੱਗੀ ਆ, ਬੁਖਾਰ ਦਾ ਵਾਇਰਲ ਤਾਂ ਵੈਸੇ ਹੀ ਨਹੀਂ ਆਉਣਾ ਤੇ ਦੂਜੇ ਵਾਇਰਲ ਤੋਂ ਵੀ ਬਚੇ ਰਹਿਣਾ। ਇਹਦੇ ਥੱਲੇ ਤਾਂ ਬਿਮਾਰ ਬੰਦਾ ਵੀ ਜਾ ਕੇ ਬਹਿ ਜਾਏ ਤਾਂ ਠੀਕ ਹੋਣਾ ਸ਼ੁਰੂ ਹੋ ਜਾਂਦਾ। ਔਰ ਚੰਦਨ ਜਿਹੜਾ ਹੈਗਾ 22 ਸਾਲਾਂ ਦੇ ਵਿੱਚ ਇਹ 10-12 ਲੱਖ ਰੁਪਏ ਦਾ ਬੂਟਾ ਹੋ ਜਾਂਦਾ। ਇਹ ਸਰਪਗੰਦਾ ਬੀਪੀ ਹਾਈ ਪ੍ਰੋਬਲਮ ਨੂੰ ਸੋਲਵ ਕਰਦਾ ਬਹੁਤ ਛੇਤੀ। ਔਰ ਇਹਦੀ ਵਰਤੋਂ ਜਿਹੜੀ ਆ ਇਹ ਬੜੀ ਸੋਚ ਕੇ ਸਮਝ ਦੇ ਨਾਲ ਕਰਨੀ ਚਾਹੀਦੀ ਆ। ਜਿਹਨਾਂ ਦਾ ਬਹੁਤ ਜ਼ਿਆਦਾ ਬੀਪੀ ਹਾਈ ਰਹਿੰਦਾ ਉਹ ਅੱਧਾ ਪੱਤਾ ਲੈਣਗੇ, ਅੱਧੇ ਤੋਂ ਜ਼ਿਆਦਾ ਨਹੀਂ। ਇਹ ਬੂਟਾ ਇਸ ਤਰ੍ਹਾਂ ਝਾੜੀ ਬਣਦਾ, ਇਹਦਾ ਨਾਂ ਹੈਗਾ ਵਾ ਬੰਸਾ, ਉਡੂਸਾ ਵੀ ਕਹਿੰਦੇ ਇਹਨੂੰ। ਪਾਰਕ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਤੇ ਵੀ ਇੱਕ ਬੂਟਾ ਲੱਗਾ ਹੋਵੇ ਤੇ ਸਾਰਾ ਪਿੰਡ ਇਹ ਤੋਂ ਕੰਮ ਲੈ ਸਕਦਾ। ਇਹ ਰੇਸ਼ਾ, ਬਲਗਮ, ਖਾਂਸੀ, ਫੇਫੜੇ ਛਲਿੰਗ ਹੋ ਗਏ ਆ। ਜਿਵੇਂ ਕਿ ਸੁਰਿੰਦਰ ਸਿੰਘ ਨਾਗਰਾ ਜੀ ਦੇ ਵੱਲੋਂ ਇਨਸੂਲਿਨ ਦਾ ਇੱਕ ਪੱਤਾ ਸਾਨੂੰ ਦਿੱਤਾ, ਅਸੀਂ ਖਾ ਕੇ ਟੇਸਟ ਵੀ ਕਰ ਲੈਂਦੇ ਉਹਦਾ। ਬਿਲਕੁਲ ਜਿਵੇਂ ਤੁਸੀਂ ਦੱਸ ਰਹੇ ਸੀਗੇ, ਥੋੜਾ ਖਟਾਸ ਹੈ, ਥੋੜੀ ਮਿਠਾਸ ਹੈ ਇਸ ਪੱਤੇ ਦੇ ਵਿੱਚ। ਇਹੀ ਕੰਮ ਕਰਦੀ ਹੈ ਫਿਰ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ? ਹਾਂਜੀ, ਬਿਲਕੁਲ ਇਹੀ ਕਰਦੀ ਆ। ਇਹਦੇ ਪੱਤੇ ਹੀ ਵਰਤੇ ਜਾਂਦੇ ਔਰ ਹਰੇ ਪੱਤੇ ਵਰਤੇ ਜਾਂਦੇ, ਇਹਦਾ ਸੁਕਾ ਕੇ ਪਾਊਡਰ ਨਹੀਂ ਬਣਦਾ।